ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਅੱਜ ਆਪਾਂ ਖਾਸ ਤੌਰ ਤੇ ਆਸਟ੍ਰੇਲੀਆ ਬਾਰੇ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਵੀ ਆਸਟ੍ਰੇਲੀਆ ਬਾਰੇ ਗੱਲ ਕਰਦੇ ਹਾਂ, ਲੇਕਿਨ ਅੱਜ ਕੁਝ ਸਵਾਲ ਖਾਸ ਸਾਡੇ ਕੋਲ ਜੋ ਸਟੂਡੈਂਟਸ ਦੇ ਪਹੁੰਚੇ ਨੇ ਉਹਨਾਂ ਉੱਪਰ ਅਸੀਂ ਚਰਚਾ ਕਰਨੀ ਹੈ, ਕਿਉਂਕਿ ਸਟੂਡੈਂਟਸ ਕਈ ਚੀਜ਼ਾਂ ਬਾਰੇ ਉਹ ਡਿਟੇਲ 'ਚ ਜਾਣਨਾ ਚਾਹੁੰਦੇ ਨੇ, ਜਿਵੇਂ ਸਪਾਊਸ ਵੀਜ਼ਾ ਨੂੰ ਲੈ ਕੇ, ਡਿਪਲੋਮਾ ਨੂੰ ਲੈ ਕੇ ਵੱਡਾ ਸਵਾਲ ਹੈ। ਡਿਪਲੋਮਾ 'ਚ ਕਰੀਏ, ਡਿਗਰੀ 'ਚ ਕਰੀਏ, ਕਿਹੜੇ ਸਟੂਡੈਂਟਸ ਡਿਪਲੋਮਾ ਲਈ ਅਪਲਾਈ ਕਰ ਸਕਦੇ ਨੇ, ਤੇ ਹੋਰ ਵੀ ਕਈ ਖਾਸ ਗੱਲਾਂ ਆਸਟ੍ਰੇਲੀਆ ਰਿਗਾਰਡਿੰਗ ਆਪਾਂ ਕਰਾਂਗੇ। ਯੂਕੇ ਬਾਰੇ ਵੀ ਕੋਈ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਤੇ ਇਸ ਲਈ ਇਹ ਸ਼ੋਅ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਜੋ ਸਾਡੇ ਮਹਿਮਾਨ ਸਾਡੇ ਵਿਚਕਾਰ ਨੇ ਸਟੂਡੀਓ ਦੇ ਵਿੱਚ, ਸੇਵੀਅਰ ਐਜੂਕੇਸ਼ਨ ਅਬਰੋਡ ਤੋਂ ਵੀਜ਼ਾ ਐਕਸਪਰਟ ਮਿਸਟਰ ਮਿਤੇਸ਼ ਮਲਹੋਤਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ ਵੈਰੀ ਮਚ। ਤੇ ਤੁਹਾਨੂੰ ਦੱਸ ਦਈਏ ਕਿ ਲਗਭਗ 23 ਸਾਲਾਂ ਦਾ ਜੋ ਇਹਨਾਂ ਦਾ ਐਕਸਪੀਰੀਅੰਸ ਹੈ, ਹੁਣ ਤੱਕ ਕਈ ਸਟੂਡੈਂਟਸ ਨੂੰ ਇਹਨਾਂ ਦੀ ਤਜਰਬੇ ਦੀ ਸਲਾਹ ਦੇ ਨਾਲ ਵਿਦੇਸ਼ ਜਾ ਚੁੱਕੇ ਨੇ, ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ। ਆਸਟ੍ਰੇਲੀਆ ਯੂਨੀਵਰਸਿਟੀਜ਼ ਤੋਂ ਇਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਇਹਨਾਂ ਨੂੰ ਅਵਾਰਡਸ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਤੇ ਇੱਥੇ ਸਭ ਤੋਂ ਪਹਿਲਾਂ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਹੁਣ ਤੱਕ ਆਪਾਂ ਅਪਡੇਟਸ ਲਗਾਤਾਰ ਆਪਣੇ ਪਿਛਲੇ ਸ਼ੋਜ਼ 'ਚ ਵੀ ਸਾਂਝੇ ਕਰਦੇ ਰਹੇ ਹਾਂ ਅਪਡੇਟਸ, ਪਰ ਅੱਗੋਂ ਹੁਣ ਕੁਝ ਹੋਰ ਖਾਸ ਗੱਲਾਂ ਦੇ ਉੱਪਰ ਆ ਜਾਈਏ। ਮੈਂ ਹੁਣ ਸਭ ਤੋਂ ਪਹਿਲਾਂ ਇੱਕ ਇਹ ਸਵਾਲ ਜਾਣਨਾ ਚਾਹ ਰਹੀ ਹਾਂ। ਸਟੂਡੈਂਟਸ ਚਾਹੁੰਦੇ ਨੇ ਕਿ ਸਾਨੂੰ ਪਤਾ ਚੱਲੇ ਕਿ ਅਸੀਂ ਕੀ ਡਿਪਲੋਮਾ ਲਈ ਅਪਲਾਈ ਕਰ ਸਕਦੇ, ਕੀ ਸਾਨੂੰ ਡਿਗਰੀ ਲਈ ਅਪਲਾਈ ਕਰਨਾ ਚਾਹੀਦਾ। ਇਹਨਾਂ ਚੀਜ਼ਾਂ 'ਚ ਕਨਫਿਊਜ਼ ਹੈ ਸਟੂਡੈਂਟ ਅੱਜ ਦੀ ਡੇਟ। ਮੈਡਮ ਮੈਂ 2 ਪੁਆਇੰਟ ਤੇ ਗੱਲ ਕਰੂੰਗਾ ਇੱਥੇ। ਇੱਕ, ਆਸਟ੍ਰੇਲੀਆ ਸਭ ਦੇ ਲਈ ਨਹੀਂ ਹੈ। Okay. ਆਸਟ੍ਰੇਲੀਆ ਨੇ ਸਭ ਦੀ ਬਾਂਹ ਨਹੀਂ ਫੜਨੀ, ਆਸਟ੍ਰੇਲੀਆ ਨੇ ਸਭ ਨੂੰ ਵੀਜ਼ੇ ਨਹੀਂ ਦੇਣੇ। ਠੀਕ ਹੈ। ਤੇ ਸਾਨੂੰ ਬਹੁਤ ਕੇਅਰਫੁਲੀ ਆਪਣੇ ਕੈਂਡੀਡੇਚਰ ਨੂੰ ਅਸੈਸ ਕਰਾਉਣਾ ਪਏਗਾ ਕਿਸੇ ਇੱਦਾਂ ਦੇ ਕੰਸਲਟੈਂਟ ਤੋਂ ਜਿਹਦੇ ਕੋਲ ਐਕਸਪੀਰੀਅੰਸ ਹੋਏ, ਜਿਨ੍ਹਾਂ ਨੇ ਆਸਟ੍ਰੇਲੀਆ ਦੀ ਫਾਈਲਸ ਲਗਾਈਆਂ। ਅੱਜ ਤੁਸੀਂ ਅਗਰ ਮਾਰਕੀਟ ਦੇਖੋ, ਤੁਹਾਨੂੰ ਹਰ ਜਗ੍ਹਾ ਜਿੱਥੇ ਪਹਿਲੇ ਕੈਨੇਡਾ ਦਾ ਬੋਰਡ ਦਿਸਦਾ ਸੀ, ਹੁਣ ਆਸਟ੍ਰੇਲੀਆ ਦਾ ਬੋਰਡ ਦਿਸਣੇ ਸ਼ੁਰੂ ਹੋ ਗਏ ਨੇ। ਹਰ ਕੋਈ ਆਸਟ੍ਰੇਲੀਆ ਕਰਨਾ ਸ਼ੁਰੂ ਕਰਤਾ ਹੈ, ਕਿਉਂਕਿ ਲੋਕਾਂ ਨੂੰ ਲੱਗਿਆ ਕਿ ਕੈਨੇਡਾ ਤੋਂ ਵੀਜ਼ਾਸ ਆਣੇ ਬਹੁਤ ਸਲੋ ਹੋ ਗਏ, ਇਹ ਬਹੁਤ ਈਜ਼ੀ ਹੈਗਾ ਜੀ, ਆਸਟ੍ਰੇਲੀਆ ਕਰਨਾ ਸ਼ੁਰੂ ਕਰ ਦਿਓ। ਕੈਨੇਡਾ ਦੀ ਫਾਈਲ ਔਰ ਆਸਟ੍ਰੇਲੀਆ ਦੀ ਫਾਈਲ ਬਣਾਉਣ 'ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਕੈਨੇਡਾ ਕਿਤੇ 15-20 ਡਾਕੂਮੈਂਟ ਲਗਾ ਕੇ ਵੀਜ਼ਾ ਮਿਲਦਾ ਸੀਗਾ, ਅੱਜ ਉਹੀ ਆਸਟ੍ਰੇਲੀਆ 200 ਡਾਕੂਮੈਂਟ ਲੱਗਦਾ ਹੈ। GTE ਪ੍ਰਿਪੇਅਰ ਕਰਾਣੀ ਹੁੰਦੀ ਹੈ, ਬਹੁਤ ਸਾਰੀ ਚੀਜ਼। ਅਗਰ ਮੈਂ ਪਿਛਲੇ ਥੋੜੇ ਟਾਈਮ ਦੀ ਗੱਲ ਦੱਸਾਂ ਮੈਂ, ਤੇ ਬਹੁਤ ਜ਼ਿਆਦਾ ਰਿਫਿਊਜ਼ਲ ਆਏ ਨੇ ਇਸ ਵੇਲੇ ਆਸਟ੍ਰੇਲੀਆ ਦੇ। ਕਿਉਂ ਆਏ ਨੇ? ਉਹ ਬੱਚੇ ਜਿਹੜੇ 2017, 18, 19 ਪਾਸ ਆਊਟ ਸੀਗੇ, ਉਹਨਾਂ ਨੂੰ ਡਿਪਲੋਮਾ ਕਾਲਜਸ ਲਗਾਇਆ ਗਿਆ ਔਰ ਰਿਫਿਊਜ਼ਲ ਲੈ ਕੇ ਦਿੱਤੇ ਗਏ। ਓਕੇ। ਉਹੀ ਮੈਂ ਤੁਹਾਨੂੰ ਦੱਸਣਾ ਬਾਰ-ਬਾਰ ਕਿ ਤੁਸੀਂ ਆਪਣੇ ਏਜੰਟ ਦੀ ਚੋਣ ਬਹੁਤ ਕੇਅਰਫੁਲੀ ਕਰੋ। ਦੇਖੋ ਕਿਹਦੇ ਕੋਲ ਐਕਸਪੀਰੀਅੰਸ ਹੈ, ਕਿਹਦੇ ਕੋਲ ਡਾਇਰੈਕਟ ਯੂਨੀਵਰਸਿਟੀਜ਼ ਦੇ ਕੰਟਰੈਕਟ ਹੈਗੇ ਆ, ਕਿੰਨੇ ਕੁ ਵੀਜ਼ੇ ਕਿੰਨੇ ਲਗਾਏ ਨੇ। ਸਭ ਤੋਂ ਇੰਪੋਰਟੈਂਟ ਗੱਲ, ਕਿਆ ਉਹ ਕੁਆਲੀਫਾਈਡ ਹੈਗਾ? ਕਿਆ ਉਹ ਆਸਟ੍ਰੇਲੀਆ ਜਾ ਕੇ 4 ਵਾਰ ਆ ਕੇ ਆਇਆ, ਕਿਸੇ ਯੂਨੀਵਰਸਿਟੀ ਨੂੰ ਘੁੰਮ ਕੇ ਆਇਆ? ਪੁਰਾਣੇ ਬੱਚਿਆਂ ਨਾਲ ਗੱਲ ਕਰਕੇ ਦੇਖੋ। ਅਗਰ ਤੁਸੀਂ ਇਸ ਸਭ ਤੋਂ ਸੈਟਿਸਫਾਈਡ ਹੋ ਤਾਂ ਪਲੀਜ਼ ਉਹਦੇ ਕੋਲ ਜਾਓ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸੇਵੀਅਰ 'ਚ ਹੀ ਆਓ, ਮੈਂ ਕਹਿੰਦਾ ਮੈਂ ਇਕੱਲਾ ਨਹੀਂ ਜੋ ਆਸਟ੍ਰੇਲੀਆ ਦਾ ਕੰਮ ਕਰਦਾ, ਹੋਰ ਵੀ ਬਥੇਰੇ ਲੋਕ ਹੋਣਗੇ, ਬਟ ਇਹ ਤੁਸੀਂ ਇਹ ਸਾਰੀ 4-5 ਪੈਰਾਮੀਟਰਸ ਤੇ ਬੰਦੇ ਨੂੰ ਚੈੱਕ ਕਰੋ, ਤਦੀ ਹੀ ਆਸਟ੍ਰੇਲੀਆ ਦੀ ਫਾਈਲ ਲਗਾਓ, ਵਰਨਾ ਨਾ ਲਗਾਓ। ਜੀ ਜੀ ਜੀ। ਰਿਫਿਊਜ਼ਲ ਲੈਣੇ ਦਾ ਕੋਈ ਫਾਇਦਾ ਨਹੀਂ ਹੈ। ਕੈਨੇਡਾ ਨਹੀਂ ਹੈ ਜਿੱਥੇ ਤੁਸੀਂ ਇੱਕ ਵਾਰ ਰਿਫਿਊਜ਼ਲ ਲਿਆ ਤੇ ਦੁਬਾਰਾ ਵੀਜ਼ਾ ਲੈ ਲਿਆ। ਇੱਕ ਵਾਰ ਰਿਫਿਊਜ਼ਲ ਦਾ ਮਤਲਬ ਇੱਥੇ ਕ੍ਰਾਸ ਲੱਗ ਜਾਣਾ ਪੱਕੇ ਵਾਲਾ। ਜੀ ਬਿਲਕੁਲ, ਇਸ ਲਈ ਅਸੀਂ ਜੋ ਹੈ ਪੂਰੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਆ ਵਿੱਚ ਇੱਕ ਵਾਰੀ ਰਿਫਿਊਜ਼ਲ ਲੱਗਦਾ ਹੈ, ਤੁਸੀਂ ਸਹੀ ਤਰ੍ਹਾਂ ਆਪਣੀ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਹੋ ਤਾਂ ਉਸ ਤੋਂ ਬਾਅਦ ਰਿਫਿਊਜ਼ਲ ਤੋਂ ਬਾਅਦ ਉਸਨੂੰ ਅਪਗ੍ਰੇਡ ਕਰਨਾ ਪੈਂਦਾ ਹੈ, ਉਸ ਵਿੱਚ ਕੁਛ ਨਾ ਕੁਛ ਪਲੱਸ ਪੁਆਇੰਟ ਹੋਰ ਐਡ ਕਰਨਾ ਪੈਂਦਾ, ਉਸ ਤੋਂ ਬਾਅਦ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਇੱਥੇ ਡਿਪਲੋਮਾ ਨੂੰ ਲੈ ਕੇ ਜਾਂ ਡਿਗਰੀ ਨੂੰ ਲੈ ਕੇ ਜਿਹੜਾ ਸਵਾਲ ਹੈ ਸਟੂਡੈਂਟਸ ਦਾ, ਕਿਹੜੇ ਮੈਨੇ ਜਾਣਨਾ ਚਾਹੂੰਗੀ ਕਿਹੜੇ ਸਟੂਡੈਂਟਸ ਜੋ ਹੈ ਹੁਣ ਡਿਪਲੋਮਾ ਲਈ ਅਪਲਾਈ ਕਰ ਸਕਦੇ ਨੇ? ਮੈਮ ਡਿਪਲੋਮਾ ਦੀ ਆਪਸ਼ਨ ਨਾ ਬਹੁਤ ਵਧੀਆ ਆਪਸ਼ਨ ਹੈ। ਓਕੇ। ਜਿਹੜਾ ਬੱਚਾ ਜ਼ਿਆਦਾ ਪੈਸੇ ਨਹੀਂ ਲਗਾ ਸਕਦਾ, ਮਤਲਬ ਅਗਰ ਤੁਸੀਂ ਦੇਖੋ, ਅਗਰ ਡਿਗਰੀ ਦੀ ਗੱਲ ਕਰਦੇ ਹਾਂ, ਕੋਈ ਵੀ ਜੋ ਡਿਗਰੀ ਹੈ ਉਹਦੀ ਫੀਸ 13 ਲੱਖ ਤੋਂ ਲੈ ਕੇ 16 ਲੱਖ ਸਾਲ ਦੀ ਹੈਗੀ ਹੈ। ਮਤਲਬ ਇਟ ਇਜ਼ ਸਮਵੇਅਰ ਅਰਾਊਂਡ $24,000 ਤੋਂ ਲੈ ਕੇ $30,000 ਦੇ ਵਿਚਕਾਰ ਦੀ ਡਿਗਰੀ ਦੀ ਫੀਸ ਹੈ। ਇਹ ਯੂਜੂਅਲੀ ਹਰ ਕੋਈ ਬੱਚਾ ਪੇ ਨਹੀਂ ਕਰ ਸਕਦਾ। ਤੁਸੀਂ ਡਿਪਲੋਮੇ ਦੀ ਫੀਸ ਦੇਖੋਗੇ, ਇਹਦੀ ਬਿਲਕੁਲ ਅੱਧੀ ਫੀਸ ਹੈ। ਮਤਲਬ ਇੱਕ ਸਮੈਸਟਰ ਤੁਸੀਂ ਅਗਰ ਡਿਗਰੀ ਪੇ ਕਰਨੀ ਹੈ, 1 ਸਾਲ ਦਾ ਡਿਪਲੋਮਾ ਭਰ ਕੇ ਤੁਸੀਂ ਜਾ ਸਕਦੇ ਹੋ। ਦੂਜੀ ਇੰਪੋਰਟੈਂਟ ਗੱਲ ਡਿਪਲੋਮੇ ਦੇ ਬਾਰੇ ਕੀ ਹੈ, ਇਹਦੇ ਜਿਹੜੇ ਕੋਰਸਿਸ ਨੇ ਉਹ ਡਾਇਰੈਕਟ PR ਓਰੀਐਂਟਡ ਕੋਰਸਿਸ ਹੁੰਦੇ ਨੇ, ਸਕਿੱਲ ਆਕੂਪੇਸ਼ਨ ਲਿਸਟ ਦੇ ਕੋਰਸਿਸ ਹੁੰਦੇ ਨੇ, ਉਹ ਉੱਦਾਂ ਦੇ ਟ੍ਰੇਡ ਦੇ ਕੋਰਸਿਸ ਹੁੰਦੇ ਨੇ ਜਿਹਦੇ ਬਾਅਦ ਜੌਬ ਵੀ ਲੱਗਦੀ ਹੈ ਤੇ PR ਵੀ ਹੁੰਦੀ ਹੈ। ਜੀ। ਤੀਜੀ ਇੰਪੋਰਟੈਂਟ ਗੱਲ ਹੈ ਕਿ ਆਸਟ੍ਰੇਲੀਆ 'ਚ ਇਸ ਵੇਲੇ ਮੈਨ ਪਾਵਰ ਸ਼ਾਰਟੇਜ ਹੈ। ਠੀਕ ਹੈ ਜੀ। ਅਗਰ ਇਹਨੂੰ ਥੋੜਾ ਪ੍ਰੀਵੀਅਸ ਕੰਟੈਕਸਟ ਲੈ ਲਈਏ ਕਿ ਪਹਿਲੇ ਬੱਚਾ ਕਿਉਂ ਨਹੀਂ ਜਾ ਰਿਹਾ ਸੀ ਡਿਪਲੋਮੇ, ਕਿਉਂਕਿ ਪਹਿਲੇ 2 ਰੀਜ਼ਨ ਸੀਗੇ ਜੋ ਕਿਉਂ ਨਹੀਂ ਜਾ ਰਿਹਾ ਸੀ। ਪਹਿਲਾ ਕਿ ਸਕਸੈਸ ਰੇਟ ਬਹੁਤ ਘੱਟ ਸੀਗਾ, ਐਂਡ ਸਕਸੈਸ ਰੇਟ ਮੈਂ ਕਹਿੰਦਾ ਅਗਰ ਕੁਝ ਸੀਗਾ ਵੀ, ਬੱਚਾ ਫਿਰ ਵੀ ਨਹੀਂ ਜਾਂਦਾ ਸੀ, ਕਿਉਂਕਿ ਪਹਿਲੇ ਸਾਨੂੰ ਵਰਕ ਪਰਮਿਟ ਨਹੀਂ ਮਿਲਦਾ ਸੀ ਡਿਪਲੋਮਾ ਕਰਨ ਤੋਂ ਬਾਅਦ। ਅੱਜ ਦੀ ਡੇਟ 'ਚ ਜੇਕਰ ਤੁਹਾਡੀ ਬਜਟ ਅਲਾਉਡ ਨਹੀਂ ਕਰਦਾ, ਤੁਸੀਂ ਕਹਿੰਦੇ ਹੋ ਕਿ ਮੈਨੂੰ 5-6 ਲੱਖ 7 ਲੱਖ ਦੀ ਫੀਸ ਅੰਦਰ ਸਾਲ ਦੀ ਫੀਸ ਮੇਰੀ ਨਿਕਲ ਜਾਏ, ਡਿਪਲੋਮਾ ਇਜ਼ ਵੈਰੀ ਗੁੱਡ ਆਪਸ਼ਨ। ਬਟ ਉਹ ਇਹ ਨਾ ਸਮਝੋ ਕਿ ਤੁਸੀਂ ਅਕੈਡਮਿਕਲੀ ਵੀਕ ਹੋ ਤੇ ਡਿਪਲੋਮੇ ਚਲੇ ਜਾਓਗੇ।
ਪੈਸੇ ਘੱਟ ਖਰਚ ਕਰ ਸਕਦੇ ਹੋ ਤੇ ਡਿਪਲੋਮੇ ਜਾਓ। ਜੇ ਤੁਹਾਡਾ ਬਹੁਤ ਜ਼ਿਆਦਾ ਗੈਪ ਹੈ, ਤੁਸੀਂ ਅਕੈਡਮਿਕਲੀ ਸਕੋਰ ਅੱਛਾ ਨਹੀਂ ਕੀਤਾ ਤੇ ਨਾ ਜਾਓ। ਔਰ ਦੂਜੀ ਇੱਕ ਹੋਰ ਗੱਲ ਹੈ ਕਿ ਡਿਪਲੋਮੇ ਦੀ ਜਿਹੜੀ ਐਂਟਰੀ ਰਿਕੁਆਇਰਮੈਂਟ ਵੀ ਹੈ ਨਾ ਮੈਮ, ਉਹ 5.5 ਬੈਂਡ ਓਵਰਆਲ ਤੇ 5 ਈਚ ਦੀ ਹੈ। ਇਹ ਉਹਨਾਂ ਦੀ ਰਿਕੁਆਇਰਮੈਂਟ ਹੈ ਤੇ ਇਸ ਤੇ ਵੀਜ਼ਾ ਜੋ ਇੱਕ 50-60% ਬੱਚਿਆਂ ਦਾ ਆ ਹੀ ਜਾਣਾ। ਠੀਕ ਹੈ, ਮੰਨ ਕੇ ਚਲੋ ਇੱਕ ਜਦ ਤੁਹਾਨੂੰ ਕੋਈ ਕਹਿ ਦਿੰਦਾ ਕਿ 100% ਵੀਜ਼ਾ ਆਏਗਾ ਤੁਹਾਡਾ, ਇਹ ਤੁਹਾਡੇ ਮੂੰਹ ਤੇ ਝੂਠ ਬੋਲਿਆ ਜਾ ਰਿਹਾ, ਸਫੇਦ ਝੂਠ ਹੈ। ਡਿਪਲੋਮੇ ਦੇ ਅੰਦਰ 50% ਉੱਤੇ ਕਦੇ ਸਕਸੈਸ ਰੇਟ ਨਹੀਂ ਰਹਿੰਦਾ, ਬਟ ਇਟ ਇਜ਼ ਵੈਰੀ ਗੁੱਡ ਸਕਸੈਸ ਰੇਟ ਇਨ ਡਿਪਲੋਮਾਸ। ਓਕੇ ਜੀ, ਸਾਡੇ ਕਾਲਰਸ ਵੀ ਜੁੜਨੇ ਸ਼ੁਰੂ ਹੋ ਚੁੱਕੇ ਨੇ ਨਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਮਜੀਤ ਹੈ, ਫਗਵਾੜੇ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ +2 ਕੀਤੀ ਹੈ ਜੀ 2018 ਵਿੱਚ, ਆਰਟ ਸਟਰੀਮ ਵਿੱਚ। ਓਕੇ, 62% ਸੀ ਮੇਰੇ ਜੀ, ਤੇ ਉਸ ਤੋਂ ਬਾਅਦ ਮੈਂ BA ਕੀਤੀ ਹੈ 2021 ਵਿੱਚ ਓਕੇ, ਤੇ 75% ਸੀ ਜੀ, ਤੇ ਉਸ ਤੋਂ ਬਾਅਦ ਮੈਂ ਆਈਲਟਸ ਕੀਤੀ ਹੈ 6.5 ਬੈਂਡ, ਨਾਟ ਲੈਸ ਦੈਨ 6, ਠੀਕ ਹੈ, ਤੇ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਹਾਂ। ਵੈਰੀ ਗੁੱਡ ਕਰਮਜੀਤ, ਤੁਸੀਂ ਆਨਸਰ ਅਜੇ ਆਪਣੇ ਸਕਰੀਨ ਤੇ ਸੁਣ ਸਕਦੇ ਹੋ। ਜੀ। ਇਹ ਬਹੁਤ ਹੀ ਵਧੀਆ ਪ੍ਰੋਫਾਈਲ ਹੈ ਤੁਹਾਡਾ, ਤੁਹਾਨੂੰ ਵੀਜ਼ਾ ਬਿਲਕੁਲ ਆ ਸਕਦਾ ਹੈ। ਤੁਸੀਂ MBA ਲਈ ਜਾ ਸਕਦੇ ਹੋ। ਤੁਹਾਡੇ BA ਦਾ ਸਬਜੈਕਟ ਮੈਂ ਪੁੱਛਿਆ ਨਹੀਂ, ਤੁਸੀਂ BA ਦੇ ਅੰਦਰ ਕੋਈ ਵੀ ਸਬਜੈਕਟ ਜਿਹੜਾ ਤੁਸੀਂ ਮੇਜਰ ਕਰ ਰਹੇ ਆਪਾਂ ਉਹਦੇ ਅੰਦਰ ਦਾ ਕੋਰਸ ਲੈ ਕੇ ਦੇ ਸਕਦੇ ਹਾਂ। MBA ਬਹੁਤ ਜੈਨਰਿਕ ਹੈ, ਬਟ ਕੋਰਸਿਸ ਤੁਸੀਂ ਆਸਟ੍ਰੇਲੀਆ ਦੇਖੋਗੇ 100-200 ਕੋਰਸਿਸ ਅਵੇਲੇਬਲ ਨੇ। ਇਹਦੇ ਲਈ ਤੁਹਾਨੂੰ ਆਪ ਦੇ ਡਾਕੂਮੈਂਟ ਲੈ ਕੇ ਮੈਨੂੰ ਮਿਲਣਾ ਪਏਗਾ। ਮੈਂ ਤੁਹਾਡਾ ਕੇਸ ਪਰਸਨਲੀ ਅਸੈਸ ਕਰੂੰਗਾ, ਜਿੱਦਾਂ ਕਿ ਮੈਂ ਹਰ ਸ਼ੋਅ 'ਚ ਇਹੀ ਗੱਲ ਕਰਦਾ ਕਿ ਮੇਰੀ 18 ਬ੍ਰਾਂਚਸ ਨੇ ਪੰਜਾਬ 'ਚ, ਹਰ 75 ਕਿਲੋਮੀਟਰ ਤੇ ਸੇਵੀਅਰ ਦੀ ਬ੍ਰਾਂਚ ਹੈ। ਇੰਨਾ ਜ਼ਿਆਦਾ ਸਟਾਫ ਹੋਣ ਦੇ ਬਾਵਜੂਦ ਵੀ ਪਹਿਲੀ ਮੀਟਿੰਗ ਮੈਂ ਆਪਣੇ ਆਪ ਕਰਦਾ ਬੱਚਿਆਂ ਨਾਲ, ਕਿਉਂਕਿ ਮੈਂ ਨਹੀਂ ਚਾਹੁੰਦਾ ਤੁਸੀਂ ਗੁੰਮਰਾਹ ਹੋ। ਤੁਸੀਂ ਮੇਰੇ ਐਕਸਪੀਰੀਅੰਸ ਦਾ ਫਾਇਦਾ ਚੱਕੋ, ਤੁਸੀਂ ਆਪਣੇ ਭਵਿੱਖ ਨੂੰ ਸਿਕਿਉਰ ਕਰੋ ਬਾਹਰ ਜਾ ਕੇ ਕਿਸੇ ਦੂਜੀ ਕੰਟਰੀ 'ਚ। ਤੇ ਆਈ ਵੁੱਡ ਰਿਕੁਐਸਟ ਕਿ ਤੁਸੀਂ ਆਓ, ਲੁਧਿਆਣਾ ਆ ਜਾਓ, ਫਗਵਾੜੇ ਤੋਂ ਸਭ ਤੋਂ ਨੇੜੇ ਲੁਧਿਆਣਾ ਮੇਰੀ ਬ੍ਰਾਂਚ ਹੈ। ਤੁਸੀਂ ਉੱਥੇ ਆਓ, ਇੱਕ ਅਪਾਇੰਟਮੈਂਟ ਜ਼ਰੂਰ ਲੈ ਲੈਣਾ। ਜਿਸ ਨੂੰ ਫੋਨ ਤੇ ਤੁਸੀਂ ਹੁਣ ਫੋਨ ਕੀਤਾ ਹੈ, ਉਸੇ ਫੋਨ ਤੇ ਦੁਬਾਰਾ ਫੋਨ ਕਰਨਾ ਸ਼ੋਅ ਤੋਂ ਬਾਅਦ, ਤੁਸੀਂ ਅਪਾਇੰਟਮੈਂਟ ਲੈਣਾ ਤੇ ਆ ਕੇ ਮੈਨੂੰ ਮਿਲੋ। ਆਈ ਵੁੱਡ ਰਿਕੁਐਸਟ ਕਿ ਤੁਸੀਂ ਆਪਣੇ ਪੇਰੈਂਟਸ ਨਾਲ ਆਓ ਔਰ ਅਪਾਇੰਟਮੈਂਟ ਲੈ ਕੇ ਹੀ ਆਓ। ਬਿਨਾਂ ਅਪਾਇੰਟਮੈਂਟ ਤੋਂ ਆਓਗੇ ਤਾਂ ਵੇਟ ਕਰਨਾ ਪਏਗਾ, ਬੱਚੇ ਕਾਫੀ ਹੁੰਦੇ ਨੇ ਦਿਨ ਤੇ। ਤੁਸੀਂ ਆਓ, ਤੁਹਾਡਾ ਆਸਟ੍ਰੇਲੀਆ ਦਾ ਆਪਾਂ ਸੁਪਨਾ ਸਾਕਾਰ ਕਰਕੇ ਦੇਵਾਂਗੇ। ਜੂਨ-ਜੁਲਾਈ ਇਨਟੇਕ 'ਚ ਤੁਹਾਨੂੰ ਕੋਰਸ ਮਿਲ ਜਾਏਗਾ ਔਰ ਤੁਸੀਂ ਬਿਲਕੁਲ ਜਾ ਸਕਦੇ ਹੋ। ਜੀ ਜੀ ਜੀ, ਬਿਲਕੁਲ। ਤੇ ਬਾਕੀ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ, ਲਗਾਤਾਰ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ, ਕੋਈ ਸਵਾਲ ਹੋਵੇ ਸ਼ੋਅ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ। ਸ਼ੋਅ ਦੇ ਦੌਰਾਨ ਆਪਣੀ ਪ੍ਰੋਫਾਈਲ ਡਿਸਕਸ ਨਹੀਂ ਕਰਨਾ ਚਾਹੁੰਦੇ ਤਾਂ ਸ਼ੋਅ ਤੋਂ ਬਾਅਦ ਵੀ ਸੇਮ ਨੰਬਰਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। 18 ਬ੍ਰਾਂਚਿਸ ਨੇ ਸੇਵੀਅਰ ਦੀਆਂ ਤੇ ਪੂਰੀ ਡਿਟੇਲ ਜੋ ਹੈ ਸਕਰੋਲ ਵਿੱਚ ਨੀਚੇ ਚੱਲ ਰਹੀ ਹੈ, ਤੁਸੀਂ ਜ਼ਰੂਰ ਵੇਖ ਸਕਦੇ ਹੋ। ਜਿੱਥੇ ਤੁਹਾਨੂੰ ਨੇੜੇ ਲੱਗੇ ਉੱਥੇ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਪਹੁੰਚਿਆ ਕਰੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕੇ। ਆਪਾਂ ਡਿਪਲੋਮਾ ਦੇ ਸਕਸੈਸ ਰੇਟ ਦੀ ਗੱਲ ਕਰ ਰਹੇ ਸੀ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਸਟੂਡੈਂਟਸ ਨੂੰ ਅਵੇਅਰ ਹੋਣਾ ਇੱਥੇ ਕਿੰਨਾ ਕੁ ਜ਼ਰੂਰੀ ਹੈ। ਕੋਰਸ ਸਿਲੈਕਸ਼ਨ ਡਿਪਲੋਮਾ ਦੇ ਕਿਸ ਸਟਰੀਮ ਦਾ ਸਟੂਡੈਂਟ ਹੈ, ਕਿਸ ਤਰ੍ਹਾਂ ਦੀ ਸਿਲੈਕਸ਼ਨ ਹੋਣੀ ਚਾਹੀਦੀ ਹੈ? ਮੈਮ, ਇਹ ਡਿਪਲੋਮੇ ਦੇ ਕੋਰਸ ਸਿਲੈਕਸ਼ਨ ਵੀ ਬਹੁਤ ਬੜੀ ਚੀਜ਼ ਹੈ ਜੀ। ਆਪਾਂ ਇੱਕ ਕਾਲ ਲੈਂਦੇ ਫਿਰ ਆਪਾਂ ਗੱਲ ਕਰਦੇ ਹਾਂ ਇਹਦੇ ਤੇ। ਹਾਂਜੀ ਬਿਲਕੁਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜੀ ਮੈਂ ਜਲੰਧਰ ਤੋਂ ਗੱਲ ਕਰ ਰਿਹਾ, ਪ੍ਰਭਜੋਤ ਸਿੰਘ ਦਾ ਨਾਮ ਹੈ ਮੇਰਾ। ਹਾਂਜੀ, ਕੀ ਸਵਾਲ ਹੈ? ਮੈਂ ਆਸਟ੍ਰੇਲੀਆ UK ਦੀ ਫਾਈਲ ਲਗਵਾਉਣਾ ਚਾਹੁੰਦਾ ਤੇ ਮੈਂ ਆਪਣੇ ਸਪਾਊਸ ਨਾਲ ਜਾਣਾ ਚਾਹੁੰਦਾ। ਓਕੇ। BEd 2017 MA ਤੇ 19 ਦੇ ਵਿੱਚ BEd ਕੀਤੀ ਸੀ। ਓਕੇ। ਆਈਲੈਂਡਸ ਮੈਂ ਕਰਦੀ ਸੀ ਤੇ ਇੱਕ ਤੋਂ ਜੀ। ਰਾਜੇ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਸੋ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ। ਅੱਛਾ, ਠੀਕ ਹੈ। ਤੁਸੀਂ ਸਕਰੀਨ ਤੇ ਸੁਣ ਸਕਦੇ ਹੋ ਆਪਣੇ ਆਨਸਰ। ਇਹ ਦੱਸੋ ਆਸਟ੍ਰੇਲੀਆ UK ਵਿੱਚੋਂ ਕਿੱਥੇ ਪੈਸਾ ਸਹੀ ਰਹੂਗਾ? ਜੀ ਓਕੇ। ਹਾਂਜੀ, ਅਗਰ ਮੈਮ ਅੱਜ ਦੀ ਗੱਲ ਕਰੀਏ, ਆਪਾਂ ਆਸਟ੍ਰੇਲੀਆ ਦਾ ਸਕਸੈਸ ਰੇਟ 70 to 80% ਚੱਲ ਰਿਹਾ, ਬਟ UK ਦਾ ਸਕਸੈਸ ਰੇਟ 100% ਚੱਲ ਰਿਹਾ। ਓਕੇ। ਜੇਕਰ ਤੁਸੀਂ ਵੈਲਿਡ ਆਈਲ ਸਕੋਰ ਨਾਲ, ਵੈਲਿਡ ਦਾ ਮਤਲਬ ਇਹ ਹੈ ਕਿ ਤੁਸੀਂ ਇਕੁਇਲੈਂਸ ਕਰ ਰਹੇ ਹੋ, 6.5 ਬੈਂਡ ਹੈਗੇ, 6 ਬੈਂਡ ਹੈਗੇ ਆ ਤੇ 100% ਸਕਸੈਸ ਰੇਟ ਹੈ, ਤੁਸੀਂ ਆਪਦੇ ਸਪਾਊਸ ਨਾਲ ਜਾ ਸਕਦੇ ਹੋ। ਆਸਟ੍ਰੇਲੀਆ 71% ਚੱਲ ਰਿਹਾ। ਦੂਜੀ ਗੱਲ ਹੈ, ਇਹ ਬੱਚਾ ਇਹਨੇ MA ਕੀਤੀ ਹੈ, BEd ਕਰ ਲਈ ਹੈ, ਸਪਾਊਸ ਨਾਲ ਜਾਣਾ ਚਾਹੁੰਦਾ, ਬਹੁਤ ਹੀ ਵਧੀਆ ਪ੍ਰੋਫਾਈਲ ਹੈ। ਇਹਨੂੰ ਮਾਸਟਰਸ ਆਫ ਐਜੂਕੇਸ਼ਨ ਵੀ ਮਿਲ ਸਕਦਾ ਹੈ। ਇੱਕ ਕੋਰੋਨਾ ਦੇ ਦੌਰਾਨ ਲੋਕਾਂ ਨੂੰ ਇੱਕ ਨਵੀਂ ਚੀਜ਼ ਪਤਾ ਚੱਲੀ, ਜ਼ੂਮ ਤੇ ਥਰੂ ਕਲਾਸਿਸ, ਆਨਲਾਈਨ ਕਲਾਸਿਸ, ਜਿਹੜਾ ਅੱਜ ਤੱਕ ਕਿਸੇ ਨੇ ਕਦੇ ਸੁਣਿਆ ਹੀ ਨਹੀਂ ਸੀਗਾ। ਬੱਚੇ ਕਦੀ ਬੈਠਦੇ ਨਹੀਂ ਸੀਗੇ, ਪ੍ਰੈਕਟੀਕਲੀ ਕਦੀ ਵੀ ਨਹੀਂ ਇਹ ਸੋਚਿਆ ਸੀ। ਹਾਂ, ਕਦੇ ਵੀ ਨਹੀਂ ਸੋਚਿਆ ਸੀ ਨਾ। ਆਪਾਂ ਦੇਖਦੇ ਸੀ ਕਦੇ ਯੂਨੀਵਰਸਿਟੀ ਕਾਲਜ ਬਹੁਤ ਬੜੇ ਇੱਕ ਅੱਧਾ ਗੈਸਟ ਲੈਕਚਰ ਹੋ ਗਿਆ ਕਿਤੇ ਤੇ ਹੋ ਜਾਂਦਾ ਸੀ, ਬਟ ਹੁਣ ਇੱਕ ਕੋਰੋਨਾ ਦੇ ਦੌਰਾਨ ਸਭ ਨੇ ਦੇਖਿਆ ਕਿ ਯਾਰ ਈ ਲਰਨਿੰਗ ਬਹੁਤ ਬੜੀ ਚੀਜ਼ ਹੈ। ਇਹਨੂੰ ਦੇਖਦੇ ਕਿਉਂਕਿ ਆਸਟ੍ਰੇਲੀਅਨ ਜੋ ਯੂਨੀਵਰਸਿਟੀਜ਼ ਕਾਲਜਸ ਹੈਗੇ ਬਹੁਤ ਤੇਜ਼ ਨੇ ਆਪਣੇ ਕੋਈ ਨਵੀਂ ਰਿਸਰਚ ਕਰਕੇ ਨਵਾਂ ਕੋਰਸ ਕੱਢਣ ਨੂੰ। ਨਵਾਂ ਕੋਰਸ ਆਇਆ ਮਾਸਟਰਸ ਆਫ ਈ ਲਰਨਿੰਗ। ਓਕੇ। ਜਿਹੜਾ ਪ੍ਰੋਪਰਲੀ ਫੋਕਸ ਕਰਦਾ ਹੈ ਇਦਾਂ ਦੀ ਲਰਨਿੰਗ ਤੇ ਕਿ ਜੋ ਈ ਪਲੇਟਫਾਰਮ ਦੇ ਥਰੂ ਕਰਾਈ ਜਾਏ। ਬਿਲਕੁਲ।
ਤੇ ਮੈਂ ਕਹਿੰਦਾ ਕਿ ਬੱਚਾ ਅਗਰ ਇਹ ਬੱਚਾ ਅਗਰ ਉਸ ਚ ਅਪਲਾਈ ਕਰਦਾ ਇਹਦੇ ਬੈਂਡ ਸਕੋਰ ਵੀ ਉੱਥੇ ਮੈਚ ਕਰਦੇ ਨੇ ਤੇ ਮੈਨੂੰ ਲੱਗਦਾ ਇਹਦਾ ਭਵਿੱਖ ਬਹੁਤ ਸਟਰੋਂਗ ਬਣਨਾ। ਦੂਜੀ ਗੱਲ ਇਹਦਾ ਵੀਜ਼ਾ ਵੀ ਬਹੁਤ ਜਲਦੀ ਆ ਸਕਦਾ ਹੈ ਤੇ ਤੁਸੀਂ ਆ ਕੇ ਮਿਲੋ, ਜਲੰਧਰ ਹੋ ਤੁਸੀਂ, ਲੁਧਿਆਣੇ ਆ ਸਕਦੇ ਹੋ, ਲੁਧਿਆਣੇ ਆ ਕੇ ਮੈਨੂੰ ਮਿਲ ਲਓ। ਫਿਰ ਉਹੀ ਗੱਲ ਹੈ ਜੀ, ਤੁਸੀਂ ਆਪਦੇ ਡਾਕੂਮੈਂਟ ਲੈ ਕੇ ਆਣੇ ਨੇ, ਡਿਸੀਜਨ ਮੇਕਰ ਨੂੰ ਨਾਲ ਲੈ ਕੇ ਆਣਾ ਤੇ ਅਪਾਇੰਟਮੈਂਟ ਜ਼ਰੂਰ ਲੈਣੀ ਹੈ। ਇਹ ਨੰਬਰ ਨੂੰ ਤੁਸੀਂ ਸੇਵ ਕਰ ਲਓ ਆਪਣੇ ਫੋਨ ਦੇ ਅੰਦਰ, ਸ਼ੋਅ ਤੋਂ ਬਾਅਦ ਜਦ ਮਰਜੀ ਫੋਨ ਕਰੋ ਔਰ ਅਪਾਇੰਟਮੈਂਟ ਜ਼ਰੂਰ ਲਵਾਉਣੇ। ਜੀ ਬਿਲਕੁਲ, ਆਪਾਂ ਆਪਣੀ ਗੱਲ ਕੰਟੀਨਿਊ ਕਰਦੇ ਹਾਂ ਜੀ। ਮੈਂ ਡਿਪਲੋਮੇ ਦੀ ਗੱਲ ਕਰ ਰਿਹਾ ਸੀ ਮੈਂ ਕਿ ਡਿਪਲੋਮੇ ਦੇ ਅੰਦਰ ਕੋਰਸਿਸ ਹੁਣ ਜਿੱਦਾਂ ਉੱਥੇ ਤੁਸੀਂ ਪਲੰਬਰੀ ਦਾ ਵੀ ਕੋਰਸ ਲੈ ਸਕਦੇ ਹੋ, ਤੁਸੀਂ ਉੱਥੇ ਕੰਸਟਰਕਸ਼ਨ ਦਾ ਵੀ ਕੋਰਸ ਲੈ ਸਕਦੇ ਹੋ, ਤੁਸੀਂ ਮਕੈਨਿਕਸ ਦਾ ਕੋਰਸ ਲੈ ਸਕਦੇ ਹੋ, ਮਤਲਬ ਹਰ ਤਰੀਕੇ ਦਾ ਕੋਰਸ ਹੈ। ਇਹ ਤੁਹਾਨੂੰ ਦੇਖਣਾ ਚਾਹੀਦਾ ਕਿ ਮੈਂ ਨਾਨ ਮੈਡੀਕਲ ਤੋਂ ਪਾਸ ਆਊਟ ਹਾਂ, ਮੈਂ ਕਿਹੜਾ ਕੋਰਸ ਲੈਣਾ, ਮੇਰਾ ਆਰਟ ਸਬਜੈਕਟ ਹੈ ਤਾਂ ਮੈਂ ਕਿਹੜਾ ਕੋਰਸ ਲੈਣਾ। ਇੱਕ ਸਬਜੈਕਟ ਦੇ ਬੇਸ ਤੇ, ਮਤਲਬ ਯੂਜੂਅਲੀ ਕੀ ਹੁੰਦਾ ਨਾ ਕਿ ਬੱਚਾ ਕਹਿੰਦਾ ਕਿ ਇਹ ਆਰਟਸ ਦਾ ਇਹਨੂੰ ਜੀ ਮੈਨੇਜਮੈਂਟ ਦੇ ਦਿਓ, ਇਹ ਕਮਰਸ ਦਾ ਇਹਨੂੰ ਤੇ BBA ਦੇ ਦਿਓ ਤੇ ਅਕਾਊਂਟਿੰਗ ਦੇ ਦਿਓ। ਅਗਰ ਤੁਸੀਂ ਦੇਖੋ ਆਸਟ੍ਰੇਲੀਆ ਦੇ ਕੋਰਸ ਦਾ ਅੰਬਰੇਲਾ, ਉਹਦੇ ਅੰਦਰ ਘੱਟੋ ਘੱਟ ਨਹੀਂ ਤੇ ਮੈਨੂੰ ਲੱਗਦਾ 500-600 ਕੋਰਸ ਹੋਣਗੇ। ਬੱਚੇ ਨੂੰ ਬੱਚੇ ਦੇ ਅਕੋਰਡਿੰਗਲੀ ਕੋਰਸ ਦੇਣਾ ਚਾਹੀਦਾ। ਉਹਦਾ ਮਤਲਬ ਮੈਂ ਤੇ ਇਸ ਲੈਵਲ ਤੱਕ ਕੰਮ ਕਰਦਾ, ਅਗਰ ਬੱਚਾ ਮੈਨੂੰ ਸਪੋਰਟ ਕਰੇ ਕਿ ਅਸੀਂ ਬੱਚੇ ਦੀ ਸਾਈਕੋਮੈਟ੍ਰਿਕ ਟੈਸਟਿੰਗ ਤੱਕ ਕਰਾ ਸਕਦੇ ਹਾਂ। API ਟੈਸਟਿੰਗ ਹੁੰਦੀ ਹੈ ਜਿਸ ਬੱਚੇ ਦਾ ਐਪਟੀਟਿਊਡ, ਪਰਸਨੈਲਿਟੀ ਐਂਡ ਇੰਟਰਸਟ ਸਭ ਚੈੱਕ ਹੁੰਦਾ, ਬਟ ਬੱਚਾ ਸਪੋਰਟ ਕਰੇ। ਬੱਚਾ ਇਹ ਨਾ ਕਹੇ ਕਿ ਨਹੀਂ ਮੈਨੂੰ ਤਾਂ ਇसी ਜਗ੍ਹਾ ਪਾ ਦਿਓ ਤੇ ਉਹ ਕਰਾ ਦਿਓ। ਜੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਆਈ ਥਿੰਕ ਲਾਈਨ ਕੱਟ ਚੁੱਕੀ ਹੈ। ਹਾਂਜੀ ਬਿਲਕੁਲ। ਤੇ ਆਪਾਂ ਮਤਲਬ ਉਸ ਲੈਵਲ ਤੱਕ ਜਾ ਸਕਦੇ ਹਾਂ ਜਿੱਥੇ ਅਸੀਂ ਬੱਚੇ ਦੀ ਸਾਈਕੋਮੈਟ੍ਰਿਕ ਟੈਸਟਿੰਗ ਕਰਾ ਕੇ ਉਹਨੂੰ ਦੱਸਦਾ ਕਿ ਬਈ ਤੇਰੇ ਲਈ ਆ ਫਿਊਚਰ 'ਚ ਵਧੀਆ ਹੋ ਸਕਦਾ, ਤੈਨੂੰ ਅੱਜ ਲੱਗ ਰਿਹਾ ਹੋਏ ਬਟ ਤੂੰ ਇਸ ਲਾਈਨ 'ਚ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਏਗਾ। ਇਹ ਇੱਕ ਸਾਇੰਟੀਫਿਕਲ ਤਰੀਕੇ ਨਾਲ ਦੱਸਣਾ, ਆਪਾਂ ਉਸ ਤਰੀਕੇ ਨਾਲ ਵੀ ਕਰਾ ਸਕਦੇ ਹਾਂ, ਬਟ ਉਹਦੇ ਲਈ ਬੱਚੇ ਨੂੰ ਟਾਈਮ ਦੇਣਾ ਪਏਗਾ। ਮਤਲਬ ਮੈਂ ਦੇਖਦਾ ਯੂਜੂਅਲੀ ਕੀ ਹੁੰਦਾ ਕਿ ਬੱਚੇ ਵਿਦਆਊਟ ਅਪਾਇੰਟਮੈਂਟ ਲੈ ਕੇ ਆ ਜਾਂਦੇ ਨੇ ਔਰ ਫਿਰ ਬੈਠਦੇ ਨੇ ਔਰ ਫਿਰ ਉਸ ਤੋਂ ਬਾਅਦ ਵੇਟ ਕਰਦੇ ਨੇ, ਫਿਰ ਉਸ ਤੋਂ ਬਾਅਦ ਪਰੇਸ਼ਾਨ ਹੁੰਦੇ ਨੇ। ਬਿਲਕੁਲ। ਤੇ ਇਹੀ ਰਿਕੁਐਸਟ ਹੈ, ਆਪਦੇ ਓਰੀਜਨਲ ਡਾਕੂਮੈਂਟ ਲਿਆਓ, ਆਪਦੇ ਮਤਲਬ ਜੋ ਡਿਸੀਜਨ ਮੇਕਰਸ ਨੇ, ਚਾਹੇ ਤੁਹਾਡੇ ਪੇਰੈਂਟਸ ਹੈ, ਚਾਹੇ ਤੁਹਾਡਾ ਸਪਾਊਸ ਹੈ, ਕੋਈ ਵੀ, ਉਹਨਾਂ ਨੂੰ ਨਾਲ ਲੈ ਕੇ ਆਓ ਔਰ ਅਪਾਇੰਟਮੈਂਟ ਜ਼ਰੂਰ ਲੈ ਕੇ ਆਓ। ਜੀ। ਤੇ ਅਗਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਕਿਸ ਸਟਰੀਮ ਦੀ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਡਿਮਾਂਡ ਹੈ, ਤਾਂ ਕਿ ਜਿੰਨੇ ਵੀ ਦਰਸ਼ਕ ਸਾਡੇ ਨਾਲ ਬਣੇ ਹੋਏ ਨੇ ਉਹ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦੇਣ। ਕਾਲਰ ਸਾਡੇ ਨਾਲ ਫਿਲਹਾਲ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਲਾਈਨ ਕੱਟ ਚੁੱਕੀ ਹੈ। ਹਾਂਜੀ, ਕਿਸ ਸਟਰੀਮ ਨੂੰ ਤੁਸੀਂ ਵੇਖਦੇ ਹੋ ਕਿ ਕਿਉਂਕਿ ਪਿੱਛੇ ਜੇ ਆਪਾਂ ਗੱਲ ਕੀਤੀ ਸੀ ਨਰਸਿੰਗ ਸਟੂਡੈਂਟਸ ਦੀ, ਤਾਂ ਮਤਲਬ ਉੱਥੇ ਕਾਫੀ ਡਿਮਾਂਡ ਹੈ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਵੀ, ਤਾਂ ਉਸ ਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੀ। ਮੈਮ ਇਸ ਵੇਲੇ 2.5 ਲੱਖ ਲੋਕਾਂ ਦੀ ਘਾਟ ਹੈ ਜਿਹੜਾ ਉਹਨਾਂ ਨੇ ਕਿਹਾ। ਤੁਸੀਂ ਕਿਸੇ ਵੀ ਈਵਨ ਤੁਸੀਂ ਡਿਸ਼ ਵਾਸ਼ਿੰਗ ਚਲੇ ਜਾਓ, ਤੁਸੀਂ ਹਸਪਿਟੈਲਿਟੀ ਚਲੇ ਜਾਓ, ਕੋਈ ਵੀ ਫੀਲਡ ਚੱਕੋ ਤੇ ਹਰ ਪਾਸੇ ਬੰਦੇ ਦੀ ਲੋੜ ਹੈ। ਤੁਸੀਂ ਕੋਈ ਵੀ ਫੀਲਡ ਚੱਕੋਗੇ ਤੁਸੀਂ ਆਪਣਾ ਉਹਦੇ ਅੰਦਰ ਫਿਊਚਰ ਦੇਖ ਸਕਦੇ ਹੋ। ਓਕੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? मैं मोनिका बात कर रही हूँ। ਹਾਂਜੀ, ਕੀ ਸਵਾਲ ਹੈ? मैम मैंने स्टडी वीजा अप्लाई करना था, मैंने +2 करी हुई है। ठीक है। 2020 में जी। कॉमर्स स्ट्रीम थी मेरी। ओके। 72% है मेरे पास। हाँ जी। और आइल्स में 6 है, नॉट लेस देन 5.5। कितने लिए अप्लाई करना ਤੁਸੀਂ? ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦਾ। ਓਕੇ, ਹਾਂਜੀ ਸਰ। ਹਾਂਜੀ ਰਾਜੇ, ਤੁਸੀਂ ਸਕਰੀਨ ਤੇ ਸੁਣ ਸਕਦੇ ਹੋ ਆਪਣੇ ਆਨਸਰ ਨੂੰ। 6 with 5.5 I would not recommend you Canada any day। ਅੱਜ ਕੈਨੇਡਾ ਦੇ ਅੰਦਰ ਨੌਨ SDS ਦੇ ਵੀਜ਼ਾਸ ਨਹੀਂ ਆ ਰਹੇ। ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਵੀ ਕਹਿ ਰਹੇ ਨੇ 5.5 ਬੈਂਡ ਤੇ ਵੀਜ਼ਾ ਲੈ ਲਓ, ਵਿਦਆਊਟ ਆਇਲਸ ਵੀਜ਼ਾ ਲੈ ਲਓ, ਇਹ ਤੇ ਵੀਜ਼ਾ ਲੈ ਲਓ, ਉਹ ਤੇ ਵੀਜ਼ਾ ਲੈ ਲਓ। ਮਤਲਬ ਉਹਨੂੰ ਦੇਖ ਕੇ ਕਿਤੇ ਮੈਨੂੰ ਸ਼ਰਮ ਵੀ ਆਉਂਦੀ ਹੈ ਕਿਉਂਕਿ ਮੈਂ ਇਸ ਇੰਡਸਟਰੀ ਦਾ ਪਾਰਟ ਹਾਂ। ਮੈਂ ਇਦਾਂ ਦੇ ਗਰੁੱਪ 'ਚ ਨਹੀਂ ਰਹਿਣਾ ਚਾਹੁੰਦਾ, ਲੇਕਿਨ ਠੀਕ ਹੈ, ਚਲੋ ਕਿ ਬੱਚੇ ਨੂੰ ਆਪਣਾ ਕੌਨਸ਼ੀਅਸ ਡਿਸੀਜਨ ਲੈਣਾ ਪਏਗਾ। ਤੁਹਾਨੂੰ ਦੇਖਣਾ ਪਏਗਾ ਕਿ ਨੌਨ SDS ਦੇ ਅੰਦਰ ਫਿਲਹਾਲ ਆ ਰਹੇ ਨੇ ਰਿਫਿਊਜ਼ਲ ਬਹੁਤ ਜ਼ਿਆਦਾ। ਹਾਂ, ਮੈਂ ਇਹ ਨਹੀਂ ਕਹਿੰਦਾ ਕਿ 100% ਰਿਫਿਊਜ਼ਲ ਹੈ, ਸੋਚੋ 10 ਵੀਜ਼ੇ ਆ ਰਹੇ ਨੇ, ਬਟ ਕਿਆ ਤੁਸੀਂ 10% ਬਣਨ ਲਈ 1.5 ਲੱਖ ਦਾ ਰਿਸਕ ਲੈ ਸਕਦੇ ਹੋ? ਤੇ ਤੁਹਾਡੀ ਮਰਜ਼ੀ ਹੈ, ਤੁਸੀਂ ਆਓ, ਮੈਂ ਤੁਹਾਡੇ ਲਗਾ ਸਕਦਾ। ਬਟ ਜੇ ਤੁਸੀਂ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ, ਤੁਹਾਡੇ ਲਈ ਬਹੁਤ ਵਧੀਆ ਚਾਂਸਸ ਹੈ, 70% ਸਕਸੈਸ ਰੇਟ ਹੈ। ਮਤਲਬ ਮੇਰੇ ਕੋਲ ਕੋਈ ਜਦ ਬੱਚਾ ਆਂਦਾ ਮੇਰੇ ਤੋਂ ਪੁੱਛਦਾ ਕਿ ਸਰ ਮੇਰੇ ਵੀਜ਼ਾ ਲੱਗਣ ਦੇ ਚਾਂਸ ਕਿੰਨੇ, ਮੈਂ ਕਹਿੰਦਾ 70 to 80%। ਮੇਰਾ ਹਰ ਕਿਸੇ ਨੂੰ ਇੱਕੋ ਹੀ ਆਨਸਰ ਹੈ। ਜੀ। ਔਰ ਮੈਂ ਉਹਦਾ ਰੀਜ਼ਨ ਦੱਸਦਾ ਕਿਉਂਕਿ ਐਮਬੈਸੀ ਦਾ ਹੀ ਸਕਸੈਸ ਰੇਟ 70 ਤੋਂ 80% ਹੈ, ਤੇ ਮੈਂ ਬੱਚੇ ਨੂੰ ਉਹੀ ਦੱਸਦਾ। ਮਤਲਬ ਹਰ ਬੱਚੇ ਦਾ ਬਹੁਤ ਵਧੀਆ ਚਾਂਸ ਹੈ। ਇਹ ਬੱਚਾ ਜਿਹੜਾ ਹੁਣ ਕਮਰਸ ਕੀਤੀ ਹੈ 72% ਹੈ, 6 ਬੈਂਡ ਹੈ, ਔਰ 5.5 ਹੈ, ਤੇ ਬਿਲਕੁਲ ਬਣ ਸਕਦਾ ਹੈ। ਇਹ ਬੱਚਾ ਕਿਤੇ ਵੀ ਜਾਣਾ ਚਾਹੇ। ਔਰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਜਿਹੜਾ ਕਿ ਮੈਂ ਬਾਰ-ਬਾਰ ਆ ਕੇ ਕਹਿ ਰਿਹਾ ਸੀ ਕਿ ਮਾਰਚ ਇਨਟੇਕ ਲਈ ਸਕੀਮ ਹੈ ਸਾਡੇ ਕੋਲ 4 ਲੱਖ 'ਚ ਆਸਟ੍ਰੇਲੀਆ, 4 ਲੱਖ 'ਚ ਆਸਟ੍ਰੇਲੀਆ। 4 ਲੱਖ 'ਚ ਆਸਟ੍ਰੇਲੀਆ ਵਾਲੀ ਸਕੀਮ ਜੂਨ ਇਨਟੇਕ ਤੱਕ ਵੀ ਹੈ ਜੀ ਹੁਣ, ਕਿਉਂਕਿ ਮਾਰਚ ਇਨਟੇਕ ਤੇ ਹੋ ਗਿਆ ਪੈਕ। ਜੂਨ ਇਨਟੇਕ ਲਈ ਅਸੀਂ ਬਹੁਤ ਰਿਕੁਐਸਟ ਕਰਿਆ ਯੂਨੀਵਰਸਿਟੀ ਨੂੰ, ਉਹਨਾਂ ਨੇ ਕਿਹਾ ਬਿਲਕੁਲ ਅਵੇਲੇਬਲ ਹੈ। ਤੁਸੀਂ ਮੈਲਬਨ ਅਪਲਾਈ ਕਰਨਾ ਚਾਹੁੰਦੇ ਹੋ, ਸਿਡਨੀ ਅਪਲਾਈ ਕਰਨਾ ਚਾਹੁੰਦੇ ਹੋ, ਬ੍ਰਿਸਬੇਨ ਕਰਨਾ ਚਾਹੁੰਦੇ ਹੋ, ਐਡੀਲੇਡ ਕਰਨਾ ਚਾਹੁੰਦੇ ਹੋ, 4 ਲੱਖ ਵਿੱਚ ਤੁਸੀਂ ਸਮੈਸਟਰ ਦੀ ਫੀਸ ਪੇ ਕਰਨਾ ਚਾਹੁੰਦੇ ਹੋ,
ਆਪਸ਼ਨਸ ਆਰ ਅਵੇਲੇਬਲ। ਇਹ ਡਿਗਰੀ ਕੋਰਸ ਹੈ, ਡਿਪਲੋਮੇ ਦੀ ਗੱਲ ਨਹੀਂ ਕਰ ਰਿਹਾ ਮੈਂ, ਡਿਗਰੀ ਕੋਰਸ ਦੀ ਫੀਸ 4 ਲੱਖ ਰੁਪਏ ਸਮੈਸਟਰ ਦੇ ਅੰਦਰ ਅਵੇਲੇਬਲ ਹੈ ਜੀ। ਸੇਵੀਅਰ ਦੇ ਕੋਲ ਹੈ, ਤੁਸੀਂ ਕਿਸੇ ਵੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਤੁਹਾਡੇ ਘਰ ਤੋਂ 75 ਕਿਲੋਮੀਟਰ ਦੂਰ ਨਹੀਂ ਹੋਣੀ ਸਾਡੀ ਬ੍ਰਾਂਚ। ਜਾਓ, ਜਾਣੇ ਤੋਂ ਪਹਿਲੇ ਬਸ ਇਹ ਨੰਬਰ ਤੇ ਮੇਰੀ ਅਪਾਇੰਟਮੈਂਟ ਲੈ ਲੈਣਾ। ਜੀ ਬਿਲਕੁਲ, ਜਿਹੜਾ ਤੁਸੀਂ ਇਹ 4 ਲੱਖ ਦੇ ਗੱਲ ਕਰ ਰਹੇ ਹੋ ਹੈ ਨਾ, ਤੇ ਇਹ ਹਰੇਕ ਸਟੂਡੈਂਟ ਲਈ ਐਲੀਜੀਬਲ ਹੈ ਕਿ ਕੁਝ ਖਾਸ ਪ੍ਰੋਫਾਈਲਸ ਲਈ ਹੀ ਇਹ ਜੋ ਪੈਕੇਜ ਤੁਸੀਂ ਦੇ ਰਹੇ ਹੋ ਐਲੀਜੀਬਲ ਹੈ? ਮੈਮ ਇਹ ਬੈਚਲਰ ਲਈ ਹੈਗਾ ਜੀ, ਜੀ 6 ਵਿੱਚ 5.5 ਵਾਲੇ ਬੱਚੇ ਨੂੰ ਮਿਲ ਸਕਦਾ ਹੈ, ਠੀਕ ਹੈ, 2021 ਪਾਸ ਆਊਟ ਵਾਲੇ ਬੱਚੇ ਨੂੰ ਮਿਲਦਾ। ਓਕੇ ਜੀ। ਅਗਰ ਬੱਚਾ ਇਹ ਸਭ ਕਰ ਸਕਦਾ ਹੈ ਤੇ ਮੈਨੂੰ 4 ਲੱਖ ਦੇ ਅੰਦਰ ਦਵਾ ਕੇ ਦੇ ਸਕਦਾ। ਔਰ ਇਹਦੇ 'ਚ ਮੈਂ ਇਹ ਨਹੀਂ ਕਹੂੰਗਾ ਕਿ ਨਹੀਂ ਤੁਹਾਡੀ ਪਰਸੈਂਟੇਜ ਜੀ 80 ਹੋਣੀ ਚਾਹੀਦੀ ਹੈ, 90 ਹੋਣੀ ਚਾਹੀਦੀ ਹੈ, ਕਿਤੇ ਆਇਲਸ ਬੈਂਡ 7-8 ਕਰ ਦੋ, ਨਹੀਂ, 6 ਓਵਰਆਲ 5.5 ਈਚ ਜੀ ਜੀ ਔਰ ਤੁਹਾਨੂੰ ਮਿਲ ਜਾਏਗਾ। ਠੀਕ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਗੁਰਪ੍ਰੀਤ ਗੱਲ ਕਰ ਰਿਹਾ ਜੀ, ਖੰਨੇ ਤੋਂ। ਹਾਂਜੀ, ਕੀ ਲੁਧਿਆਣਾ ਜੀ ਕੀ ਸਵਾਲ ਹੈ? ਹਾਂਜੀ ਮੈਂ ਪੁੱਛਣਾ ਚਾਹੁੰਦਾ ਸੀ, ਮੈਂ +2 ਕੀਤੀ ਸੀ 2020 ਦੇ ਵਿੱਚ ਜੀ। ਮੇਰੇ ਓਵਰਆਲ 6 ਬੈਂਡ ਆ, 5.5 ਨਾਟ ਲੈਸ ਦੈਨ 1 ਚੋਂ ਹੈ ਠੀਕ ਹੈ। ਤੇ 60% ਮਾਰਕਸ ਨਾਲ ਪਾਸ ਕੀਤੀ ਸੀ ਤੇ ਮੈਂ ਸੀਡੀ ਅਪਲਾਈ ਕੀਤਾ ਸੀਗਾ 2020 ਦੇ ਵਿੱਚ ਤੇ ਮੇਰਾ ਰਿਫਿਊਜ਼ਲ ਆ ਗਿਆ। ਤੇ ਮੈਂ ਪੁੱਛਣਾ ਚਾਹੁੰਦਾ ਵੀ ਮੈਂ ਆਸਟ੍ਰੇਲੀਆ ਮੇਰੇ ਲਈ ਬੈਸਟ ਹੋਏਗਾ ਜੀ ਆਫਟਰ ਰਿਫਿਊਜ਼ਲ? ਜੀ ਹਾਂਜੀ ਸਰ। ਠੀਕ ਹੈ ਰਾਜੇ, ਤੁਸੀਂ ਆਪਣਾ ਆਨਸਰ ਸੁਣੋ ਸਕਰੀਨ ਤੇ। ਯੈਸ, ਤੁਹਾਡੇ ਲਈ ਆਸਟ੍ਰੇਲੀਆ ਹੀ ਵਧੀਆ, ਯੂਕੇ ਹੀ ਵਧੀਆ, ਤੁਸੀਂ ਦੋਨੋਂ ਜਗ੍ਹਾ ਜਾ ਸਕਦੇ ਹੋ। ਇਹ ਉਹੀ ਹੈ ਮੈਮ, ਦੇਖੋ ਬੱਚੇ ਕੈਨੇਡਾ ਫਿਰ ਵੀ ਹੁਣ 6 ਲੈ ਕੇ 1 ਚ 5.5 ਤੇ ਅਪਲਾਈ ਕਰੀ ਜਾ ਰਹੇ ਨੇ। ਇਹ ਇਸ ਬੱਚੇ ਦਾ ਮੈਨੂੰ ਲੱਗਦਾ ਘੱਟੋ ਘੱਟ ਨਹੀਂ ਤਾਂ 1.5 ਲੱਖ ਦਾ ਨੁਕਸਾਨ ਹੋਇਆ ਹੋਣਾ। ਮੈਂ ਕਹਿਣਾ ਚਾਹਾਂਗਾ ਜੇ ਅੰਟਿਲ ਅਨਲੈਸ ਯੂ ਹੈਵ 6 ਈਚ ਐਸਡੀਐਸ ਲਈ ਕੁਆਲੀਫਾਈ ਕਰ ਦਿਓ ਜੀ, ਤਦ ਤੱਕ ਤੁਸੀਂ ਕੈਨੇਡਾ ਫਾਈਨਲ ਕਹੋ। ਜੀ। ਕੈਨੇਡਾ ਇਹ ਮੈਂ ਮਨਾ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰਤੇ। ਐਸਡੀਐਸ ਪ੍ਰੋਫਾਈਲ ਤੇ ਅੱਜ ਵੀ 80-90% ਦਾ ਸਕਸੈਸ ਰੇਟ ਹੈਗਾ, ਬਹੁਤ ਵਧੀਆ ਵੀਜ਼ੇ ਆ ਰਹੇ ਨੇ। ਅਗਰ ਤੁਹਾਡਾ ਐਸਡੀਐਸ ਪ੍ਰੋਫਾਈਲ ਹੈ ਤੁਸੀਂ ਮਿਲੋ, ਮੈਂ ਤੁਹਾਨੂੰ ਕੈਨੇਡਾ ਵੀਜ਼ਾ ਲੈ ਕੇ ਦਊਂਗਾ। ਬਟ ਜੇਕਰ ਤੁਹਾਡਾ ਐਸਡੀਐਸ ਪ੍ਰੋਫਾਈਲ ਨਹੀਂ ਹੈ, ਕਿਉਂ ਤੁਸੀਂ ਆਪ ਦਾ ਰੁਪਈਆ ਬਰਬਾਦ ਕਰਨਾ ਚਾਹੁੰਦੇ ਹੋ? ਇਹ ਮੈਂ ਇੱਕ ਚੀਜ਼ ਹੋਰ ਦੱਸਦਾ, ਮੈਂ ਕੁਝ ਬੱਚੇ ਹੁੰਦੇ ਨੇ ਜਿਹੜਾ ਕਹਿੰਦੇ ਨੇ ਕਿ ਸਾਡਾ ਪਰਿਵਾਰ ਜੀ ਕੈਨੇਡਾ 'ਚ ਹੈਗਾ, ਮੇਰੀ ਫੈਮਿਲੀ ਹੈ, ਮੈਂ ਜਾਣਾ ਹੀ ਕੈਨੇਡਾ। ਮਤਲਬ ਇੱਕ ਬਹੁਤ ਬੜਾ ਪ੍ਰਵਾਸ ਦਾ ਕਾਰਨ ਇਹ ਵੀ ਹੈ ਕਿ ਅੱਧਾ ਪਰਿਵਾਰ ਮੇਰਾ ਇੱਕ ਕਿਸੇ ਹੋਰ ਮੁਲਕ 'ਚ ਹੈਗਾ। ਤੇ ਮੈਂ ਇਦਾਂ ਦੇ ਬੱਚੇ ਲਈ ਬਹੁਤ ਵਧੀਆ ਆਪਸ਼ਨ ਹੈ। ਔਰ ਇਹ ਵੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਨੂੰ ਨਹੀਂ, ਮੇਰੇ ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਸਰ ਮੇਰਾ ਨਾ USA ਕਰਾ ਦਿਓ। ਠੀਕ ਹੈ। ਉਹ 3 ਵਾਰ ਰਿਫਿਊਜ਼ਲ ਲਿਆ ਸੀ, ਐਮਬੈਸੀ ਗਿਆ, ਸਿਰਫ 1.5 ਮਿੰਟ ਦੇ ਇੰਟਰਵਿਊ ਦੇ ਅੰਦਰ ਉਹਦਾ US ਦਾ ਵੀਜ਼ਾ ਸੀਗਾ। ਮੇਰੀ ਥੋੜੇ ਦਿਨ ਪਹਿਲੇ ਗੱਲ ਹੋਈ, ਕਹਿੰਦਾ ਮੈਨੂੰ ਹੁਣ ਕੈਨੇਡਾ ਦਾ ਟੂਰਿਸਟ ਵੀਜ਼ਾ ਵੀ ਮਿਲ ਗਿਆ ਇੱਥੇ। ਓਕੇ। ਤੇ ਇਹ ਸਭ ਤੋਂ ਵਧੀਆ ਤਰੀਕਾ ਹੈ। ਮਤਲਬ ਤੁਸੀਂ ਪੜ੍ਹਨਾ ਚਾਹੁੰਦੇ US ਤੇ ਕੈਨੇਡਾ ਜਾਣਾ ਬਹੁਤ ਔਖਾ ਨਹੀਂ ਹੈ। ਤੇ ਕੈਨੇਡਾ ਦਾ USA ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। USA ਦੇ ਅੰਦਰ ਤੇ ਆਪਾਂ ਬਹੁਤ ਵਧੀਆ ਸਾਡੇ ਕੋਲ ਡੀਲਸ ਹੈਗੀਆਂ, ਜਿੱਦਾਂ ਕਿ ਅਸੀਂ ਕਹਿੰਦੇ ਕਿ ਤੁਸੀਂ 60,000 ਰੁਪਏ ਪਹਿਲੇ ਦੇਣਾ, ਬਾਕੀ ਸਭ ਕੁਝ ਆਫਟਰ ਵੀਜ਼ਾ ਦੇ ਦੇਣਾ। ਤੁਹਾਡਾ ਨੁਕਸਾਨ ਮੈਕਸਿਮਮ 60,000 ਹੋਣਾ, ਜਿਹਦੇ ਚ ਐਮਬੈਸੀ ਫੀਸ ਵੀ ਆ ਗਈ, ਬਾਇਓਮੈਟ੍ਰਿਕ ਦੀ ਫੀਸ ਵੀ ਆ ਗਈ, I-20 ਫੀਸ ਵੀ ਆ ਗਈ, ਸਭ ਕੁਝ ਆ ਗਿਆ ਔਰ ਬਾਕੀ ਸਭ ਵੀਜ਼ੇ ਤੋਂ ਬਾਅਦ ਹੈ। ਜੀ ਬਿਲकुल। ਅਗਲੇ ਕਾਲਰ ਵੀ ਸਾਡੇ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਕੀ ਸਵਾਲ ਹੈ? ਜੀ 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 ਬਿਲਕੁਲ ਰਾਜੇ, ਸਕਰੀਨ ਤੇ ਸੁਣ ਲਓ ਆਪਣੇ ਆਨਸਰ ਨੂੰ। ਤੁਹਾਡਾ ਬਿਲਕੁਲ ਹੋ ਸਕਦਾ ਹੈ ਜੀ, UK ਹੋ ਸਕਦਾ, ਆਸਟ੍ਰੇਲੀਆ ਹੋ ਸਕਦਾ। 6 ਓਵਰਆਲ ਈਚ ਤੁਹਾਡਾ 5.5 ਹੈ, ਬਿਲਕੁਲ ਮਿਲ ਜਾਏਗਾ ਤੁਹਾਨੂੰ ਇਨਰ ਲੰਡਨ ਦੀ ਯੂਨੀਵਰਸਿਟੀ ਚਾਹੀਦੀ ਹੈ, ਆਊਟਰ ਲੰਡਨ ਦੀ ਯੂਨੀਵਰਸਿਟੀ ਚਾਹੀਦੀ ਹੈ, ਹਰ ਯੂਨੀਵਰਸਿਟੀ ਤੁਹਾਨੂੰ ਮਿਲੇਗਾ। ਔਰ ਇਸ ਵੇਲੇ PT ਦੇ ਨਾਲ, ਆਇਲਸ ਦੇ ਨਾਲ ਜਾਂ ਟੋਫਲ ਦੇ ਨਾਲ ਸਕਸੈਸ ਰੇਟ 100% ਹੈ। ਵਿਦਆਊਟ ਆਇਲਸ ਵਾਲੇ ਦੀ ਗੱਲ ਨਹੀਂ ਕਰ ਰਿਹਾ, ਵਿਦਆਊਟ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਦੇ ਸਕੋਰ ਬਿਨਾ ਮੈਂ ਉਸ ਬੱਚੇ ਦੀ ਗੱਲ ਨਹੀਂ ਕਰ ਰਿਹਾ। ਜੇਕਰ ਤੁਹਾਡੇ ਕੋਲ ਆਇਲਸ ਸਕੋਰ ਹੈ, ਤੁਹਾਡਾ ਸਕਸੈਸ ਰੇਟ ਆਲਮੋਸਟ 100% ਹੈ ਇਸ ਵੇਲੇ ਦਾ। ਜੀ ਔਰ ਇਹ ਮੇਰਾ ਨਹੀਂ, ਇਹ ਮੈਨੂੰ ਲੱਗਦਾ ਕਿ ਐਮਬੈਸੀ ਦਾ ਸਕਸੈਸ ਰੇਟ ਹੈ, ਤਦ ਹੀ ਮੈਂ ਦੱਸ ਰਿਹਾ, ਵੈਸੇ ਮੈਂ ਕਦੇ 100% ਦੀ ਗੱਲ ਨਹੀਂ ਕਰਦਾ ਜੀ ਬਿਲकुल। ਤੇ ਇੱਕ ਵਾਰ ਫਿਰ ਤੋਂ ਜ਼ਰੂਰ ਕਹਿਣਾ ਚਾਹੂੰਗੀ ਕਿ ਲਗਾਤਾਰ ਨੰਬਰ ਜੋ ਹੈ ਡਿਸਪਲੇ ਹੋ ਰਿਹਾ ਹੈ। ਜਿਹੜੇ ਸਟੂਡੈਂਟਸ ਸ਼ੋਅ ਦੌਰਾਨ ਸਵਾਲ ਦਾ ਜਵਾਬ ਲੈਣਾ ਚਾਹੁੰਦੇ ਆ, ਕੋਈ ਮਨ ਦੇ ਵਿੱਚ ਸਵਾਲ ਚੱਲ ਰਿਹਾ ਨਾਲ ਤਾਂ ਜ਼ਰੂਰ ਤੁਸੀਂ ਸ਼ੋਅ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ। ਸ਼ੋਅ ਵਿੱਚ ਪ੍ਰੋਫਾਈਲ ਡਿਸਕਸ ਨਹੀਂ ਕਰਨਾ ਚਾਹੁੰਦੇ ਤਾਂ ਸ਼ੋਅ ਤੋਂ ਬਾਅਦ ਵੀ ਸੇਮ ਨੰਬਰਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਜਿਵੇਂ ਤੁਸੀਂ ਫੀਸ ਆਫਟਰ ਵੀਜ਼ਾ ਦੀ ਗੱਲ ਕਰ ਰਹੇ ਸੀ, ਇਸ ਦੇ ਵਿੱਚ ਮੈਂ ਇੱਕ ਪੁਆਇੰਟ ਹੋਰ ਇਹ ਜਾਣਨਾ ਚਾਹੂੰਗੀ ਕਿ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਫੀਸ ਆਫਟਰ ਵੀਜ਼ਾ ਦੇ ਨਾਮ ਦੇ ਨਾਲ ਸਟੂਡੈਂਟਸ ਨਾਲ ਠੱਗੀ ਹੋ ਜਾਂਦੀ ਹੈ। ਤਾਂ ਸਟੂਡੈਂਟਸ ਫੀਸ ਆਫਟਰ ਵੀਜ਼ਾ ਅਗਰ ਕਿਸੇ ਵੀ ਕੰਸਲਟੈਂਟ ਤੋਂ ਕਰਵਾ ਰਹੇ ਨੇ, ਕਿਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰ ਵੀ ਉਹਨਾਂ ਨੂੰ ਰਹਿਣਾ ਚਾਹੀਦਾ ਹੈ? ਮੈਂ 23 ਸਾਲ ਦਾ ਮੇਰਾ ਕਰੀਅਰ ਹੋ ਗਿਆ ਇਸ ਇੰਡਸਟਰੀ ਦੇ ਅੰਦਰ, ਮੈਂ ਅੱਜ ਤੱਕ ਕਦੇ ਫੀਸ ਆਫਟਰ ਵੀਜ਼ਾ ਨੂੰ ਪ੍ਰਮੋਟ ਨਹੀਂ ਕੀਤਾ ਸੀ। ਜੀ ਇਹ ਫਸਟ ਟਾਈਮ ਹੈ ਜਦ ਅਸੀਂ ਫੀਸ ਆਫਟਰ ਵੀਜ਼ਾ ਨੂੰ ਕਰ ਰਹੇ ਹਾਂ। ਉਹਦਾ ਕਾਰਨ ਸਿਰਫ ਇਕਲੌਤਾ ਕਾਰਨ ਹੈ ਕਿ ਬੱਚੇ ਆ ਕੇ ਮੈਨੂੰ ਇਹੀ ਗੱਲ ਕਹਿੰਦੇ ਕਿ ਸਰ ਫੀਸ ਆਫਟਰ ਵੀਜ਼ਾ ਦੇ ਦਿਓ, ਫੀਸ ਆਫਟਰ ਵੀਜ਼ਾ ਦੇ ਦਿਓ। ਤੇ ਉਹ ਇੰਨਾ ਕੁ ਵਧੀਆ ਸਿਸਟਮ ਨਾਲ ਲੈ ਕੇ ਆਇਆ ਨਾ ਕਿ ਯੂਜੂਲੀ ਕੀ ਹੁੰਦਾ ਕਿ ਬੱਚੇ ਤੋਂ ਕਿਹਾ ਜਾਂਦਾ ਕਿ ਤੁਸੀਂ ਇੰਨੇ ਪਹਿਲੇ ਪੈਸੇ ਦੇ ਦਿਓ, ਉਨੇ ਪੈਸੇ ਪਹਿਲੇ ਦੇ ਦਿਓ।
ਅਸੀਂ ਕਹਿ ਰਹੇ ਹਾਂ ਕਿ ਸਿਰਫ ਐਮਬੈਸੀ ਫੀਸ ਤੁਸੀਂ ਖੁਦ ਭਰਨੀ ਹੈ, ਠੀਕ ਹੈ। ਮੈਡੀਕਲ ਖੁਦ ਕਰਾਣਾ ਹੈ, ਬਾਕੀ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ। ਠੀਕ ਹੈ। ਜੇਕਰ ਤੁਸੀਂ 2020 ਪਾਸ ਆਊਟ ਹੋ, 6 ਈਚ ਬੈਂਡ ਹੈਗੇ ਆ, ਜੀ 60% ਨੰਬਰ ਹੈਗੇ ਆ, ਕਮਰਸ ਨਾਨ ਮੈਡੀਕਲ ਆਰਟਸ ਤੋਂ ਪਾਸ ਆਊਟ ਹੋ, ਮੈਂ ਤੁਹਾਨੂੰ ਲੈ ਕੇ ਦਊਂਗਾ ਜੀ ਫੀਸ ਆਫਟਰ ਵੀਜ਼ਾ। ਸਿਰਫ ਐਮਬੈਸੀ ਫੀਸ ਲਿਖ ਸਕਦੇ ਹੋ, ਸਿਰਫ ਐਮਬੈਸੀ ਫੀਸ ਜਾਂ ਸਿਰਫ ਮੈਡੀਕਲ ਦੀ ਫੀਸ ਤੁਸੀਂ ਹੈ ਜਿਹੜੀ ਤੁਸੀਂ ਖੁਦ ਦੇਣੀ ਹੈ, ਬਾਕੀ ਸਾਰੀ ਫੀਸ ਆਫਟਰ ਵੀਜ਼ਾ ਦੇਣੀ ਹੈ। ਔਰ ਇਹ ਆਪਸ਼ਨ ਮਾਸਟਰਸ ਲਈ ਵੀ ਅਵੇਲੇਬਲ ਹੈ, ਬਟ ਬੈਂਡ ਸਕੋਰ ਤੁਹਾਡਾ 6.5 ਵਿੱਚ 6 ਹੋਣਾ ਚਾਹੀਦਾ। ਠੀਕ ਹੈ, ਠੀਕ ਹੈ, ਠੀਕ ਹੈ। ਬਿਲਕੁਲ। ਤੇ ਮੈਂ ਕਿਉਂਕਿ ਇਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਟੂਡੈਂਟਸ ਦੇ ਲਈ, ਕਿਉਂਕਿ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਅਸੀਂ ਅਕਸਰ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ ਕਈ ਤਰ੍ਹਾਂ ਦੇ ਇਸ਼ਤਿਹਾਰ ਚੱਲਦੇ ਆ, ਕਈ ਤਰ੍ਹਾਂ ਦੀ ਐਡਵਰਟਾਈਜ਼ਮੈਂਟਸ ਹੁੰਦੀਆਂ, ਤੁਸੀਂ ਉਹਨਾਂ ਨੂੰ ਵੇਖ ਕੇ ਭਰਮਾਏ ਜਾਂਦੇ ਹੋ, ਕਈ ਤਰ੍ਹਾਂ ਦੇ ਵਾਅਦੇ ਕਰ ਦਿੱਤੇ ਜਾਂਦੇ ਆ ਤੁਹਾਨੂੰ। ਸੋ ਤੁਸੀਂ ਅਵੇਅਰ ਬਹੁਤ ਰਹਿਣਾ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ, ਤਾਂ ਕਿ ਕੱਲ੍ਹ ਨੂੰ ਤੁਸੀਂ ਇਹ ਨਾ ਕਹੋ ਜੀ ਅਸੀਂ ਫਲਾਣੇ ਕੰਸਲਟੈਂਟ ਕੋਲ ਗਏ, ਸਾਨੂੰ ਸਹੀ ਰਾਹ ਨਹੀਂ ਪਾਇਆ, ਸਾਡੀ ਪ੍ਰੋਫਾਈਲ ਖਰਾਬ ਹੋ ਗਈ। ਇਸ ਲਈ ਅਸੀਂ ਇਹਨੇ ਤਜਰਬੇਕਾਰ ਵੀਜ਼ਾ ਐਕਸਪਰਟਸ ਨੂੰ ਇੱਥੇ ਲੈ ਕੇ ਆਉਂਦੇ ਹਾਂ, ਜੋ ਆਪਣੇ ਸਾਲਾਂ ਦੇ ਤਜਰਬੇ ਦੇ ਨਾਲ ਤੁਹਾਨੂੰ ਸਲਾਹ ਦਿੰਦੇ ਨੇ ਕਿ ਤੁਹਾਨੂੰ ਕਿਸ ਤਰੀਕੇ ਨਾਲ ਅੱਗੇ ਚੱਲਣਾ ਚਾਹੀਦਾ, ਤਾਂ ਕਿ ਤੁਸੀਂ ਰਿਫਿਊਜ਼ਲ ਦਾ ਸਾਹਮਣਾ ਨਾ ਕਰਦੇ ਹੋਏ ਜਲਦੀ ਤੋਂ ਜਲਦੀ ਘੱਟ ਸਮੇਂ ਦੇ ਵਿੱਚ ਆਪਣਾ ਵੀਜ਼ਾ ਸਕਸੈਸਫੁਲੀ ਹਾਸਿਲ ਕਰ ਸਕੋ। ਇੱਥੇ ਇੱਕ ਕਾਲ ਜਿਵੇਂ ਪਹਿਲਾਂ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਆਈ ਸੀ, ਅਗਰ ਆਪਾਂ ਆਸਟ੍ਰੇਲੀਆ ਦੇ ਸਪਾਊਸ ਵੀਜ਼ਾ ਦੀ ਗੱਲ ਕਰੀਏ ਜਾਂ ਯੂਕੇ ਦੇ ਸਪਾਊਸ ਵੀਜ਼ਾ ਦੀ ਗੱਲ ਕਰੀਏ, ਕਿੱਥੇ ਕਿਹੜੀ ਪ੍ਰੋਫਾਈਲਸ ਨੂੰ ਤੁਸੀਂ ਸੁਜੈਸਟ ਕਰਦੇ ਹੋ ਕਿ ਆਸਟ੍ਰੇਲੀਆ ਲਈ ਅਪਲਾਈ ਕਰਨ ਜਾਂ ਯੂਕੇ ਲਈ ਅਪਲਾਈ ਕਰਨ? ਜੇ ਤੇ ਹਸਬੈਂਡ ਵਾਈਫ ਦੀ ਕੁਆਲੀਫਿਕੇਸ਼ਨ ਇਕੁਅਲ ਹੈ, ਓਕੇ, ਮਤਲਬ ਜੈਨੂਇਨ ਪ੍ਰੋਫਾਈਲ ਹੈ ਅਗਰ ਤੁਹਾਡਾ, ਔਰ ਤੁਸੀਂ ਉਹਨੂੰ ਲੈ ਕੇ ਜਾਣਾ ਚਾਹੁੰਦੇ ਹੋ ਕਿਸੇ ਵੀ ਐਮਬੈਸੀ, ਜੀ ਜੀ, ਮੈਂ ਹਮੇਸ਼ਾ ਹਰ ਸ਼ੋਅ 'ਚ ਇੱਕੋ ਹੀ ਗੱਲ ਕਰਦਾ ਕਿ ਤੁਸੀਂ ਮੈਰਿਜ ਐਜ਼ ਅ ਇੰਸਟੀਟਿਊਸ਼ਨ ਨੂੰ ਅਬਿਊਜ਼ ਨਾ ਕੀਤਾ ਹੋਵੇ। ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੇਰੇ ਕੋਲ 10 ਕੁ ਦਿਨ ਪਹਿਲੇ ਇੱਕ ਪੇਰੈਂਟਸ ਆ ਕੇ ਮਿਲੇ ਮੈਨੂੰ, ਰਾਜਪੁਰੇ ਸੀਗੇ ਜੀ। ਉਹ ਵੀ ਵੈਸੇ ਇਸੀ ਸ਼ੋਅ ਤੋਂ ਦੇਖ ਕੇ ਮੈਨੂੰ ਆ ਕੇ ਮਿਲੇ ਸੀ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਸ਼ਾਇਦ ਉਹ ਦੇਖਦੇ ਵੀ ਹੋਣ ਸਾਨੂੰ ਹੁਣ ਇਸ ਵੇਲੇ। ਉਹਨਾਂ ਨੇ ਮੈਨੂੰ ਕੇਸ ਦਿਖਾਇਆ, ਇੱਕ ਬਹੁਤ ਵਧੀਆ ਬੱਚੇ ਦਾ ਕੇਸ ਸੀਗਾ, 60% ਨੰਬਰ ਸੀਗੇ, 6 ਬੈਂਡ ਸੀਗੇ, 5.5 ਬੈਂਡ, ਤੇ ਮੈਨੂੰ ਕਹਿੰਦੇ ਫਾਈਲ ਲਗਾ ਦਿਓ। ਉਸ ਦਿਨ ਆਏ, ਮੈਂ ਕਿਹਾ ਜੀ ਫਾਈਲ ਲਗਾ ਲੈਂਦਾ। ਉਹਨਾਂ ਨੇ ਗੱਲ ਕਰਦੇ ਮੈਨੂੰ ਦੱਸਿਆ ਕਿ ਜੀ ਇੱਕ ਸਾਡੇ ਜਵਾਈ ਨੂੰ ਵੀ ਮਿਲ ਲਓ, ਉਹਦਾ ਵੀਜ਼ਾ 2 ਵਾਰ ਰਿਫਿਊਜ਼ ਹੋਇਆ। ਮੈਂ ਦੇਖਿਆ ਉਹ ਬੱਚਾ ਐਕਚੁਅਲੀ ਜੋ ਬੇਟੀ ਗਈ ਸੀ ਉੱਥੇ ਯੂਕੇ, ਉਹ ਮੈਰਿਜ ਉਹਨੇ ਵੀਜ਼ਾ ਆਉਣ ਤੋਂ ਬਾਅਦ ਕੀਤੀ। ਇਹ ਸਭ ਤੋਂ ਬੜੀ ਪ੍ਰੋਬਲਮ ਹੈ। ਜਦ ਅਸੀਂ ਐਮਬੈਸੀ ਤੋਂ ਕੁਝ ਲੁਕਵਾ ਲੈਂਦੇ, ਉਹਦੇ 2 ਕਿ 3 ਵਾਰ ਰਿਫਿਊਜ਼ਲ ਆਏ ਸੀ। ਉਹ ਬਹੁਤ ਗੁੱਸਾ ਸੀ ਕਿਸੇ ਏਜੰਟ ਤੇ। ਮੈਨੂੰ ਵੀ ਪਹਿਲੇ ਲੱਗ ਰਿਹਾ ਸੀ ਕਿ ਗਲਤ ਚੀਜ਼ ਨਾਲ ਰਿਫਿਊਜ਼ ਕਰਾਇਆ, ਜਦ ਤੱਕ ਮੈਨੂੰ ਪੂਰੀ ਇਨਫੋਰਮੇਸ਼ਨ, ਫਿਰ ਮੈਨੂੰ ਦੱਸਿਆ ਕਿ ਨਹੀਂ ਤੁਹਾਡਾ ਵੀਜ਼ਾ ਬਹੁਤ ਔਖਾ ਹੈ ਆਉਣਾ। ਔਰ ਇਹੀ ਚੀਜ਼ ਉਸ ਬੱਚੇ ਦੇ, ਉਸ ਕੁੜੀ ਦੇ ਭਰਾ ਨੂੰ ਵੀ ਇਫੈਕਟ ਕਰਦੀ ਹੈ। ਉਹ ਵੀ, ਮੈਂ ਉਹਨਾਂ ਨੂੰ ਮਨਾ ਕੀਤਾ ਕਿ ਤੁਸੀਂ ਵੀਜ਼ਾ ਨਾ ਲਗਾਓ, ਕਿਉਂਕਿ ਉਹ ਬੱਚਾ ਇੱਕ ਤੇ ਝੂਠ ਬੋਲ ਕੇ ਗਿਆ, ਦੂਜੀ ਗੱਲ ਉੱਥੇ ਜਾ ਕੇ ਪੜ੍ਹਨਾ ਛੱਡਤਾ। ਤੇ ਤੁਹਾਡੇ ਜਿੰਨੇ ਵੀ ਡਾਕੂਮੈਂਟ ਨੇ ਜਿਹੜੇ ਐਮਬੈਸੀ ਕੋਲ ਨੇ, ਉਹ ਕਦੇ ਖਤਮ ਨਹੀਂ ਹੋਣ ਵਾਲੇ। 90 ਈਅਰਸ ਤੱਕ ਉਹ ਤੁਹਾਡੇ ਡਾਕੂਮੈਂਟ ਸੰਭਾਲ ਕੇ ਰੱਖੇ ਜਾਂਦੇ ਨੇ। ਤੁਹਾਡੀ SOP ਜਿਹੜੀ ਤੁਸੀਂ ਲਿਖ ਦਿੰਦੇ ਹੋ, 90% ਬੱਚਾ ਖੁਦ ਨਹੀਂ ਲਿਖਦਾ, ਏਜੰਟ ਤੋਂ ਲਿਖਾਉਂਦਾ ਹੈ, ਉਹ ਵੀ ਉਹਨਾਂ ਦੇ ਕੋਲ ਰਹਿਣੀ ਹੈ। ਤੇ ਤੁਸੀਂ ਖੁਦ ਬਣਾਓ SOP, ਤੁਸੀਂ ਖੁਦ ਹਰ ਚੀਜ਼ ਲਈ ਤਿਆਰੀ ਕਰੋ। ਹਰ ਡਾਕੂਮੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਐਮਬੈਸੀ 'ਚ ਕੀ ਲੱਗਿਆ, ਕਿਉਂਕਿ ਤੁਹਾਡਾ ਡਾਕੂਮੈਂਟ ਇੱਕ ਤਾਂ ਤੁਸੀਂ ਪਹੁੰਚ ਗਏ ਇੱਕ ਵਾਰ ਕਿਸੇ ਮੁਲਕ, ਉਸ ਤੋਂ ਬਾਅਦ ਜਦ ਤੁਸੀਂ PR ਲੈਣੀ ਹੈ, ਤੁਸੀਂ ਪੱਕੇ ਹੋਣ ਵਾਲੇ ਅੱਗੇ ਵਧਣਾ, ਹਰ ਜਗ੍ਹਾ ਤੁਹਾਨੂੰ ਹਰ ਡਾਕੂਮੈਂਟ ਦੀ ਲੋੜ ਪੈਣੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਸਪਾਊਸ ਕੇਸ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ, ਤੇ ਇਹ 2-4 ਚੀਜ਼ਾਂ ਦਾ ਧਿਆਨ ਰੱਖੋ ਕਿ ਮੈਰਿਜ ਜੈਨੂਇਨ ਹੋਏ। ਮੈਰਿਜ ਤੁਸੀਂ ਬਿਲਕੁਲ ਪੁਰਾਣੀ ਕਰਨੀ ਹੈ, ਨਹੀਂ ਕਰਨੀ, ਉਹਦੀ ਕੋਈ ਦਿੱਕਤ ਨਹੀਂ ਹੈ। ਬੱਚੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਉਹਦੀ ਵੀ ਕੋਈ ਦਿੱਕਤ ਨਹੀਂ ਹੈ। ਕੁਆਲੀਫਿਕੇਸ਼ਨ ਦੀ ਵੀ ਕੋਈ ਦਿੱਕਤ ਨਹੀਂ ਹੈ, ਬਸ ਮੈਰਿਜ ਜੈਨੂਇਨ ਹੋਏ, ਉਸ ਜੈਨੂਇਨਿਟੀ ਦੇ ਪ੍ਰੂਫ ਹੋਣੇ ਚਾਹੀਦੇ ਨੇ। ਅੱਛਾ, ਮੈਂ ਇੱਕ ਚੀਜ਼ ਹੋਰ ਦੱਸਾਂ, ਇਹ ਬੱਚਿਆਂ ਦੀ ਮੈਰਿਜ ਪਿਓਰ ਜੈਨੂਇਨ ਸੀਗੀ। ਕਿਸੇ ਏਜੰਟ ਨੇ ਗਲਤ ਸਲਾਹ ਦਿੱਤੀ ਕਿ ਕੋਈ ਗੱਲ ਨਹੀਂ ਤੁਸੀਂ ਬਾਅਦ 'ਚ ਕਰਾ ਦਿਓ ਵੀਜ਼ਾ ਆਉਣ ਤੋਂ ਬਾਅਦ, ਮਤਲਬ ਉਹ ਜੈਨੂਇਨ ਮੈਰਿਜ ਸੀ। ਬਟ ਇਸ ਤੋਂ ਮੈਂ ਉਹੀ ਕਹਿ ਰਿਹਾ, ਜਦ ਵੀ ਤੁਹਾਨੂੰ ਕਿਸੇ ਚੀਜ਼ ਦੀ ਸਲਾਹ ਲੈਣੀ ਹੈ, ਮਤਲਬ ਯੂਜੂਲੀ ਬੰਦੇ ਕੱਪੜੇ ਸਿਲਾਣੇ ਕਿਸੇ ਦਰਜੀ ਕੋਲ ਹੀ ਜਾਂਦਾ ਹੈ ਨਾ, ਕੋਈ ਵਧੀਆ ਆਪਣੇ ਹੈਲਥ ਲਈ ਜਾਣਾ ਕਿਸੇ ਬਹੁਤ ਬੜੇ ਡਾਕਟਰ ਕੋਲ ਜਾਂਦਾ ਹੈ, ਕਿਤੇ ਲੀਗਲ ਫਸ ਗਿਆ ਤਾਂ ਵਧੀਆ ਡਾਕਟਰ ਲੱਭਦਾ। ਆਪਾਂ ਇੱਥੇ ਸਲਾਹ ਮੰਨਦੇ ਹਾਂ ਕਿਸੇ ਆਪਣੇ ਰਿਸ਼ਤੇਦਾਰ ਦੀ, ਮੰਨ ਲਈ ਜਿਹਦਾ ਕੋਈ ਬਾਹਰ ਚਲਾ ਗਿਆ, ਜਾਂ ਫਿਰ ਕੋਈ ਘਰ ਦੇ ਨੇੜੇ। ਮੈਂ ਨਹੀਂ ਕਹਿੰਦਾ ਕਿ ਤੁਹਾਡੇ ਘਰ ਦੇ ਨੇੜੇ, ਪਿੰਡ ਦੇ ਨੇੜੇ ਕੋਈ ਜੋ ਏਜੰਟ ਬੈਠਾ ਮਾੜਾ ਏਜੰਟ ਹੋਏਗਾ। ਸਭੀ ਕੋਈ ਵਧੀਆ ਨੇ, ਹਰ ਕੋਈ ਤੁਹਾਡਾ ਕੰਮ ਕਰਾ ਕੇ ਦੇਣਾ ਚਾਹੁੰਦਾ ਹੈ, ਬਟ ਕਿਹਦੇ ਕੋਲ ਕਿੰਨਾ ਤਜਰਬਾ ਇਹ ਤੁਹਾਨੂੰ ਦੇਖਣਾ ਪਏਗਾ, ਕਿਹਦੀ ਕੀ ਕੁਆਲੀਫਿਕੇਸ਼ਨ ਹੈ ਤੁਹਾਨੂੰ ਦੇਖਣੀ ਪਏਗੀ, ਕਿਹਦੇ ਕੋਲ ਕੀ ਰਿਸੋਰਸਿਸ ਨੇ ਤੁਹਾਨੂੰ ਉਹ ਦੇਖਣਾ ਪਏਗਾ, ਕਿੰਨੇ ਬੱਚੇ ਕਿਸਨੇ ਭੇਜੇ, ਕਿੰਨੇ ਐਗਜ਼ਾਮ ਕਲੀਅਰ ਕਰ ਲਏ, ਰਿਸਰਚ ਟੀਮ ਕਿੰਨੀ ਬੜੀ ਹੈ, ਇਹ ਹਰ ਚੀਜ਼ ਤੁਹਾਨੂੰ ਦੇਖਣੀ ਪਏਗੀ। ਇਹਦੇ ਬਿਨਾ ਤੁਹਾਡੀ ਫਾਈਲ ਦਾ ਜਿਹੜਾ ਵੇਟ ਹੈ, ਸਕਸੈਸ ਦਾ ਰੇਟ ਹੈ, ਉਹ 50% ਹੀ ਰਹਿ ਜਾਣਾ। ਬਿਲਕੁਲ। ਸੋ ਸਾਡੀ ਹਮੇਸ਼ਾ ਜੋ ਕੋਸ਼ਿਸ਼ ਹੈ ਇਸ ਸ਼ੋਅ ਨੂੰ ਲੈ ਕੇ ਆਉਣ ਦੀ ਕਿ ਸਟੂਡੈਂਟਸ ਤੱਕ ਅਸੀਂ ਸਹੀ ਜਾਣਕਾਰੀ ਪਹੁੰਚਾਈਏ, ਤੇ ਤੁਸੀਂ ਵੀ ਜੈਨੂਇਨ ਵੇ ਦੇ ਨਾਲ ਆਪਣੀ ਫਾਈਲ ਦੇ ਉੱਪਰ ਕੰਮ ਕਰੋ, ਤੇ ਸਕਸੈਸਫੁਲੀ ਜੋ ਹੈ ਤੁਹਾਡਾ ਵੀਜ਼ਾ ਆਏ, ਤੇ ਖੁਸ਼ੀ-ਖੁਸ਼ੀ ਤੁਸੀਂ ਆਪਣੇ ਸੁਪਨਿਆਂ ਦੀ ਨਗਰੀ ਪਹੁੰਚੋ। ਇਹੀ ਸਾਡੀ ਕੋਸ਼ਿਸ਼ ਹੈ। ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਇਹ ਸਾਰੀਆਂ ਗੱਲਾਂ, ਤਮਾਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ, ਕਿਉਂਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਲਈ ਸ਼ੋਅ ਵਿੱਚ ਐਕਸਪਰਟਸ ਨੂੰ ਲੈ ਕੇ ਆਉਂਦੇ ਹਾਂ। ਖਾਸ ਤੌਰ 'ਤੇ ਤੁਸੀਂ 23 ਸਾਲਾਂ ਤੋਂ ਵੱਧ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ, ਉਹ ਐਕਸਪੀਰੀਅੰਸ ਹੈ ਜ਼ੁਬਾਨੀ, ਜਦੋਂ ਤੁਸੀਂ ਸਟੂਡੈਂਟਸ ਨੂੰ ਸਲਾਹ ਦਿੰਦੇ ਹੋ ਤਾਂ ਓਬਵੀਅਸ ਹੈ ਉਹਨਾਂ ਨੂੰ ਫਾਇਦਾ ਜ਼ਰੂਰ ਕਿਤੇ ਨਾ ਕਿਤੇ ਪਹੁੰਚਦਾ ਹੈ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸ਼ੋਅ ਵਿੱਚ ਸ਼ਾਮਿਲ ਹੋਣ ਲਈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।